ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਆਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਹਰਾ ਪਰ ਪੁੰਨ ਪੁੰਨ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦਾਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠਾ ਚਿਤ ਕੀ ਚਿੰਤ ਬਿਦਾਰ ਕਰੋ ਕਾਜ ਨਿਜ ਸਦਨ ਕੋ ਲਖੋਂ ਸਤ ਅਵਤਾਰ ਤੈਂ ਰਾਖਨ ਕੈ ਕਰ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਪਿਛਲੇ ਪਹਿਰਾਂ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੇ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਜਿਵੇਂ ਆਪ ਜੀ ਦਾ ਹੁਕਮ ਘਰ ਪਤਾ ਲੱਗਾ ਮਾਤਾ ਜੀ ਹੋਣਾ ਨੂੰ ਪਿਤਾ ਜੀ ਹੋਣਾ ਨੂੰ ਰਾਏ ਬੁਲਾਰ ਜੀ ਦੇ ਕੋਲ ਜਾ ਕੇ ਤਿਨਾਂ ਬੇਨਤੀ ਕੀਤੀ। ਰਾਏ ਜੀ ਨੇ ਸਤਿਗੁਰਾਂ ਨੂੰ ਆਪਣੇ ਕੋਲ ਬੁਲਾਇਆ। ਮਹਾਰਾਜ ਆਪਣੇ ਮਾਤਾ ਪਿਤਾ ਦੀ ਮਮਤਾ ਵੀ ਵੇਖੋ। ਸਤਿਗੁਰਾਂ ਨੇ ਬਚਨ ਕੀਤਾ ਕਿ ਸਾਡੇ ਵੱਸ ਨਹੀਂ ਕਰਤਾਰ ਦੇ ਵੱਸ ਹੈ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਰਾਏ ਬੁਲਾਰ ਜੀ ਨਾਲ ਇੱਦਾਂ ਬਚਨ ਬਿਲਾਸ ਕੀਤੇ। ਫਿਰ ਰਾਏ ਨੇ ਆਖਿਆ, ਮਹਾਰਾਜ ਮੇਰੇ ਪ੍ਰਤੀ ਕੋਈ ਫਰਮਾਇਸ਼ ਕਰੋ, ਮੈਂ ਤੁਹਾਡੀ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਾਂ। ਸਤਿਗੁਰਾਂ ਆਖਿਆ, ਰਾਏ ਜੀ ਸਾਡੀ ਫਰਮਾਇਸ਼ ਉਸ ਕਰਤਾਰ ਤੇ ਅਕਾਲ ਪੁਰਖ ਪਰਮੇਸ਼ਰ ਤੇ ਹੈ। ਤੋ ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਏ ਬੁਲਾਰ ਨੂੰ ਮਿਲ ਕੇ ਆਏ ਨੇ। ਆਓ, ਜਿਵੇਂ ਰਾਏ ਬੁਲਾਰ ਜੀ ਮਾਤਾ ਪਿਤਾ ਜੀ ਨੂੰ ਦੱਸ ਰਹੇ ਨੇ ਕਿ ਆਪ ਜੀ ਦੇ ਗ੍ਰਹਿ ਵਿਖੇ ਆਪ ਨਿਰੰਕਾਰ ਅਕਾਲ ਪੁਰਖ ਜੀ ਨੇ ਅਵਤਾਰ ਧਾਰਿਆ। ਇਹ ਕੋਈ ਸਧਾਰਨ ਬਾਲਕ ਨਹੀਂ ਹਨ, ਮਨੁੱਖ ਨਹੀਂ ਹਨ, ਇਹ ਪਾਪ ਸਵੈੰ ਪਾਰ ਬ੍ਰਹਮ ਪਰਮੇਸ਼ਵਰ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਕੇਂਦਰਿਤ ਕਰਦਿਆਂ ਰਸਨਾ ਔਰ ਹਿਰਦੇ ਦੀ ਪਵਿੱਤਰਤਾ ਵਾਸਤੇ ਆਖੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠਾ ਚਿਤ ਕੀ ਚਿੰਤ ਬਿਦਾਰ, ਕਰੋ ਕਾਜ ਨਿਜ ਸਦਨ ਕੋ। ਰਾਏ ਬੁਲਾਰ ਜੀ ਨੇ ਬੇਨਤੀ ਕੀਤੀ ਪਿਤਾ ਮਹਿਤਾ ਕਾਲੂ ਜੀ ਹੋਣਾ ਨੂੰ ਕਿ ਤੁਸੀਂ ਆਪਣੇ ਚਿੱਤ ਦੀ ਚਿੰਤਾ ਛੱਡ ਕੇ ਆਪਣੇ ਘਰ ਦੇ ਜਾ ਕੇ ਹੁਣ ਕੰਮਕਾਰ ਕਰੋ। ਲੱਖੋਂ ਸਤਿ ਅਵਤਾਰ, ਤੈਂ ਰਾਖਨ ਕਹਿ ਕਰ ਨਹੀਂ। ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪ੍ਰਤੱਖ ਅਵਤਾਰ ਹਨ। ਉਹਨਾਂ ਨੂੰ ਇੱਥੇ ਰੱਖਣਾ ਕਿਸੇ ਦੇ ਹੱਥ ਨਹੀਂ ਹੈ। ਉਹਨਾਂ ਨੂੰ ਆਪਾਂ ਜੇ ਕਹੀਏ ਕਿ ਅਸੀਂ ਜ਼ੋਰ ਨਾਲ ਜਾਂ ਕਿਸੇ ਤਰੀਕੇ ਰੱਖ ਸਕੀਏ, ਸਾਡੇ ਕਿਸੇ ਦੇ ਵੀ ਅਖਤਿਆਰ ਨਹੀਂ ਹੈ, ਕਿਸੇ ਦੇ ਵੀ ਹੱਥ ਵਿੱਚ ਨਹੀਂ ਕਿ ਅਸੀਂ ਉਹਨਾਂ ਨੂੰ ਆਪਣੇ ਕੋਲ ਰੱਖ ਸਕੀਏ। ਸਵਈਆ ਧੀਰ ਤਰੀ ਸੁਨ ਆਏ ਗਏ, ਕਰ ਭੋਜਨ ਕੇ ਹਿਤ ਮਾਤ ਬੋਲਾਵੇਂ। ਧੀਰਜ ਧਾਰਨ ਕਰਕੇ ਪਿਤਾ ਜੀ ਔਰ ਮਾਤਾ ਜੀ ਵੀ ਘਰ ਆ ਗਏ। ਰਾਤ ਦਾ ਸਮਾਂ ਸੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਵੀ ਘਰ ਆ ਗਏ। ਮਾਤਾ ਜੀ ਨੇ ਭੋਜਨ ਤਿਆਰ ਕੀਤਾ। ਭੋਜਨ ਤਿਆਰ ਕਰਕੇ ਸਤਿਗੁਰੂ ਜੀ ਨੂੰ ਬੁਲਾਇਆ ਕਿ ਮਹਾਰਾਜ ਭੋਜਨ ਛਕ ਲਵੋ। ਆਵੋ ਤਤ ਅਛੋ ਉੱਠ ਕੇ, ਗਵਨੇ ਟਿਗ ਮਾਤੇ ਆਹਾਰ ਕੋ ਖਾਵੇਂ। ਆਓ ਲਾਲ ਜੀ, ਭੋਜਨ ਤਿਆਰ ਹੋ ਗਿਆ, ਆਪ ਆ ਕੇ ਭੋਜਨ ਛਕ ਲਓ। ਮਾਤਾ ਜੀ ਦੇ ਬਚਨ ਸੁਣ ਕੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਨੇ। ਜਿੱਥੇ ਮਾਤਾ ਜੀ ਨੇ ਭੋਜਨ ਦਾ ਪ੍ਰਬੰਧ ਕੀਤਾ ਸੀ ਉੱਥੇ ਆਏ ਹਨ। ਹੀਰਤ ਹੈ ਕਮਲਾਨਨ ਕੋ, ਸੁਖ ਪਾਏ ਰਿਦੇ ਜਨਨੀ ਬਲ ਜਾਵੇਂ। ਕਮਲ ਬਦਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਮਾਤਾ ਜੀ ਕਰ ਰਹੇ ਨੇ। ਮਹਾਰਾਜ ਜੀ ਨੂੰ ਭੋਜਨ ਛਕਾ ਰਹੇ ਨੇ ਔਰ ਸਤਿਗੁਰਾਂ ਦੇ ਸੋਹਣੇ ਜੇ ਮੁਖੜੇ ਨੂੰ ਵੇਖ ਕੇ ਮਾਤਾ ਜੀ ਵਾਰੇ-ਵਾਰੇ ਜਾਂਦੇ ਨੇ, ਬਲਿਹਾਰ ਜਾਂਦੇ ਹਨ। ਤਾਤ ਨਾ ਜੋਰ ਹਮਾਰ ਚਲੇ ਕੁਛ, ਨਾਲੇ ਪ੍ਰਸ਼ਾਦਾ ਛਕਾਉਂਦੇ, ਨਾਲੇ ਇਦਾਂ ਬਚਨ ਕਰਦੇ, ਹੇ ਲਾਲ, ਹੇ ਪੁੱਤਰ, ਸਾਡਾ ਤੇਰੇ ਤੇ ਕੋਈ ਜ਼ੋਰ ਨਹੀਂ ਚੱਲਦਾ, ਸਾਡਾ ਤੇਰੇ ਤੇ ਕਿਸੇ ਵੀ ਪ੍ਰਕਾਰ ਦਾ ਕੋਈ ਜ਼ੋਰ ਨਹੀਂ ਚੱਲਦਾ। ਆਪ ਕਰੋ ਬਿਦ ਜੋ ਮਨ ਪਾਵੇ, ਜਿਵੇਂ ਤੁਹਾਡੇ ਮਨ ਵਿੱਚ ਆਵੇ ਤਿਵੇਂ ਤੁਸੀਂ ਕਰੋ। ਦੋਹਰਾ ਕਿਰਪਾ ਦ੍ਰਿਸ਼ਟ ਕਰ ਬਚਨ ਸ਼ੁਭ, ਕਹਿ ਕੇ ਹਾਨੀ ਅਗਿਆਨ। ਅਖੀਰ ਮਾਤਾ ਜੀ ਨੇ ਜਦੋਂ ਇਹ ਗੱਲ ਕਹੀ ਨਾ, ਪੁੱਤਰ ਤੇਰੇ ਤੇ ਸਾਡਾ ਕੋਈ ਜ਼ੋਰ ਨਹੀਂ, ਜਿਵੇਂ ਤੇਰੀ ਮਰਜ਼ੀ ਤਿਵੇਂ ਕਰ। ਨਾਲੇ ਮਾਤਾ ਜੀ ਦੇ ਨੇਤਰ ਭਰੇ ਹੋਏ ਨੇ ਵਿਰਾਗ ਵਿੱਚ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਮਾਤਾ ਜੀ ਵੱਲ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ। ਦੀਨ ਦਿਆਲ ਸਤਿਗੁਰੂ ਜੀ ਨੇ ਦਇਆ ਭਰੀ ਦ੍ਰਿਸ਼ਟੀ ਨਾਲ ਜਦੋਂ ਵੇਖਿਆ ਤੇ ਵੇਖਦਿਆਂ ਸਾਰ ਮਾਤਾ ਜੀ ਦੇ ਅੰਦਰ ਜਿਤਨੀ ਅਵਿਦਿਆ ਤੇ ਅਗਿਆਨ ਸੀ, ਉਸ ਅਗਿਆਨ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਦੂਰ ਕਰ ਦਿੱਤਾ। ਦਇਆ ਦ੍ਰਿਸ਼ਟੀ ਕੀਤੀ। ਜਾਣਦੇ ਸਨ ਕਿ ਮਾਤਾ ਜੀ ਦੇ ਹਿਰਦੇ 'ਚ ਸਾਡਾ ਮੋਹ ਹੈ,
ਮਮਤਾ ਹੈ, ਉਸ ਦੇ ਵਸੀਕਾਰ ਹੋਏ ਜ਼ਿਆਦਾ ਵਿਰਾਗ ਵਿੱਚ ਹਨ, ਦੁਖੀ ਨੇ, ਆਤੁਰ ਨੇ। ਤੋ ਸਤਿਗੁਰੂ ਜੀ ਨੇ ਆਪਣੀ ਦਇਆ ਦ੍ਰਿਸ਼ਟੀ ਕਰਕੇ ਮਾਤਾ ਜੀ ਵੱਲ ਵੇਖਿਆ। ਮਾਤਾ ਜੀ ਦੇ ਹਿਰਦੇ ਦਾ ਜਿਤਨਾ ਅਗਿਆਨ ਸੀ ਉਹ ਸਤਿਗੁਰਾਂ ਨੇ ਨਿਵਾਰ ਦਿੱਤਾ। ਦ੍ਰਿੜ ਬੰਧਨ ਜਗ ਮਿਟ ਗਏ, ਭਾਈ ਯੋਗ ਨਿਰਬਾਨ। ਜਿਹੜੇ ਬੰਧਨ ਸੀ ਨਾ ਮੋਹ ਦੇ ਪਏ ਹੋਏ ਮਾਤਾ ਜੀ ਨੂੰ, ਉਹ ਸਾਰੇ ਬੰਧਨ ਇੱਕਦਮ ਕੱਟੇ ਗਏ। ਮਾਤਾ ਜੀ ਨਿਰਵਾਣ ਪਦਵੀ ਨੂੰ ਉਸੇ ਵਕਤ ਹੀ ਪ੍ਰਾਪਤ ਹੋ ਗਏ। ਸਵਈਆ ਮਾਤ ਕੋ ਦਇ ਸੰਤੋਖ ਉਠੇ। ਏਦਾਂ ਮਾਤਾ ਜੀ ਨੂੰ ਸਬਰ ਦੇ ਕੇ ਨਾ, ਮਾਤਾ ਜੀ ਨੂੰ ਸੰਤੋਖ ਦੇ ਕੇ ਸਤਿਗੁਰੂ ਜੀ ਉੱਠੇ। ਪੁਨ ਤਾਤ ਆਇਓ ਕਹਿ ਕੈ ਸਮਝਾਵੇਂ। ਮਾਤਾ ਜੀ ਤਾਂ ਚੁੱਪ ਕਰ ਗਏ। ਇੱਕਦਮ ਉਹਨਾਂ ਦੇ ਹਿਰਦੇ 'ਚ ਅਗਿਆਨ ਦੂਰ ਹੋਇਆ, ਸਬਰ ਆ ਗਿਆ, ਸੰਤੋਖ ਆ ਗਿਆ। ਇੰਨੇ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਉਹ ਕੋਲ ਆ ਗਏ। ਜਾਨੋ ਜਿਉ ਕਰੀਏ ਨਿਜ ਕਾਰਜ। ਕਹਿਣ ਲੱਗੇ, ਹੇ ਨਾਨਕ, ਜਿਵੇਂ ਤੇਰਾ ਮਨ ਆਵੇ ਤੂੰ ਤਿਵੇਂ ਕੰਮ ਕਰ। ਮੋਹ ਕਹਿਨੋ ਕਬ ਲੋਬਾਨੀ ਆਵੇ। ਮੇਰਾ ਕਹਿਣਾ ਪੁੱਤਰ ਕਦੋਂ ਤੱਕ ਬਣ ਆਉਂਦਾ ਹੈ, ਮੈਂ ਕਦੋਂ ਤੱਕ ਤੈਨੂੰ ਹੋਰ ਕਹਾਂਗਾ। ਏਕ ਤੂੰ ਤਾਤ ਹੋ ਤੋ ਹਮਰੇ ਘਰ। ਸਾਡੇ ਘਰ ਵਿੱਚ ਤੂੰ ਇੱਕੋ ਇੱਕ ਪੁੱਤਰ ਸੀ, ਇੱਕੋ ਇੱਕ ਸਾਹਿਬਜ਼ਾਦਾ ਹੈ। ਛੋਰ ਚਲੇ ਇਹ ਕਿਉਂ ਮਨ ਪਾਵੇ। ਤੇ ਤੁਸੀਂ ਵੀ ਸਾਨੂੰ ਛੱਡ ਕੇ ਚੱਲੇ ਹੋ ਤੇ ਸਾਡੇ ਮਨ ਨੂੰ ਇਹ ਕਿਵੇਂ ਭਾਵੇਗਾ, ਸਾਡੇ ਮਨ ਨੂੰ ਇਹ ਕਿਵੇਂ ਚੰਗਾ ਲੱਗੇਗਾ। ਔਰ ਕਾਹੇ ਬਹੁ ਪਾਤਨ ਕੇ ਬਚ। ਹੋਰ ਵੀ ਬਹੁ ਪ੍ਰਕਾਰ ਦੇ ਬਚਨ ਉਸ ਵਕਤ ਪਿਤਾ ਜੀ ਨੇ ਸਤਿਗੁਰਾਂ ਨੂੰ ਕਹੇ। ਤਾਮ ਰਹੇ ਹਿਰਦਾ ਬਿਰਮਾਵੇ। ਇਦਾਂ ਦੇ ਬਚਨ ਕਰਦੇ ਨੇ ਕਿ ਕਿਸੇ ਤਰੀਕੇ ਗੁਰੂ ਨਾਨਕ ਸਾਹਿਬ ਜੀ ਬਸ ਘਰ 'ਚ ਰਹਿ ਜਾਣ ਤੇ ਘਰੋਂ ਨਾ ਜਾਣ। ਇਦਾਂ ਦੇ ਬਚਨ ਪਿਤਾ ਜੀ ਕਰਦੇ ਹਨ। ਦੇਖ ਦਇਆ ਦ੍ਰਿਸ਼ਟੀ ਪਿਤ ਕੀ ਦਿਸ਼। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਪਿਤਾ ਜੀ ਵੱਲ ਵੀ ਆਪਣੀ ਦਇਆ ਦ੍ਰਿਸ਼ਟੀ ਕਰਕੇ ਵੇਖਿਆ। ਮੋਹਨੀਓ ਉਪਮਾ ਪਾਲੇ ਆਈ। ਕਹਿੰਦੇ ਜਦੋਂ ਦਇਆ ਦ੍ਰਿਸ਼ਟੀ ਕੀਤੀ ਤੇ ਪਿਤਾ ਜੀ ਦੇ ਹਿਰਦੇ ਚੋਂ ਵੀ ਮੋਹ ਦਾ ਪਰਦਾ ਪਾੜ ਦਿੱਤਾ, ਦੂਰ ਕਰ ਦਿੱਤਾ। ਪਿਤਾ ਜੀ ਦੇ ਹਿਰਦੇ ਚੋਂ ਵੀ ਮੋਹ ਨੂੰ ਖਤਮ ਕਰ ਦਿੱਤਾ, ਜਿਸ ਨੂੰ ਵੇਖ ਕੇ ਮਾਂ ਕਵੀ ਜੀ ਕਹਿੰਦੇ ਮੈਨੂੰ ਇਉਂ ਉਪਮਾ ਆਉਂਦੀ ਹੈ। ਜਿਉਂ ਬਹਿਰੀ ਖੱਗ ਕੋ ਚਪਟਾਤ। ਕਹਿੰਦੇ ਜਿਵੇਂ ਇੱਕ ਬਹਿਰੀ ਸ਼ਿਕਾਰੀ ਪੰਛੀ ਹੁੰਦਾ ਨਾ, ਬਾਜ ਦੀ ਕਿਸਮ ਦਾ, ਕਹਿੰਦੇ ਉਹ ਬਹਿਰੀ ਜਿਵੇਂ ਆਪਣੇ ਕਿਸੇ ਛੋਟੇ ਪੰਛੀ ਦੇ ਉੱਤੇ ਝਪਟ ਕੇ ਉਹਦਾ ਸ਼ਿਕਾਰ ਕਰਦੀ ਹੈ ਨਾ, ਤੇ ਉਹਨੂੰ ਦੱਬ ਲੈਂਦੀ, ਉਹਦੇ ਪ੍ਰਾਣ ਕੱਢ ਲੈਂਦੀ ਹੈ। ਕਹਿੰਦੇ ਏਦਾਂ ਸਤਿਗੁਰੂ ਜੀ ਨੇ ਦਇਆ ਦ੍ਰਿਸ਼ਟੀ ਕਰਕੇ ਪਿਤਾ ਜੀ ਦੇ ਹਿਰਦੇ ਚੋਂ ਮੋਹ ਨੂੰ ਮਾਰ ਦਿੱਤਾ ਹੈ, ਜਿਵੇਂ ਬਹਿਰੀ ਕਿਸੇ ਸ਼ਿਕਾਰ ਨੂੰ ਮਾਰ ਦਿੰਦੀ ਹੈ। ਦਬਾਏ ਕਹਿ ਦੇਤ ਨਹੀਂ ਉਕਸਾਈ। ਜਿਵੇਂ ਬਹਿਰੀ ਕਿਸੇ ਪੰਛੀ ਦਾ ਸ਼ਿਕਾਰ ਕਰਨ ਵੇਲੇ ਨੂੰ ਪੈਰਾਂ ਥੱਲੇ ਇਉਂ ਦੱਬਦੀ ਹੈ ਵੀ ਉਹਨੂੰ ਫਿਰ ਉਕਸਣ ਨਹੀਂ ਦਿੰਦੀ, ਉਹਨੂੰ ਫਿਰ ਉੱਠਣ ਨਹੀਂ ਦਿੰਦੀ। ਸ਼ਾਂਤ ਪਾਈ ਮਨ ਫੇਰ ਕਯੋ ਨੇ। ਏਦਾਂ ਪਿਤਾ ਜੀ ਦੇ ਹਿਰਦੇ ਦਾ ਜਿਹੜਾ ਮੋਹ ਸੀ ਉਹ ਸਤਿਗੁਰਾਂ ਨੇ ਦੂਰ ਕਰ ਦਿੱਤਾ ਹੈ। ਹਿਰਦਾ ਸ਼ਾਂਤ ਹੋ ਗਿਆ ਹੈ। ਮੁੜ ਕੇ ਪਿਤਾ ਜੀ ਨੇ ਇਹ ਨਹੀਂ ਆਖਿਆ ਸਤਿਗੁਰਾਂ ਨੂੰ ਵੀ ਤੁਸੀਂ ਘਰ ਰਹੋ। ਮਾਤਾ ਜੀ ਪਹਿਲਾਂ ਸੰਤੋਖ 'ਚ ਹੋ ਗਏ ਨੇ, ਹੁਣ ਪਿਤਾ ਜੀ ਦਾ ਹਿਰਦਾ ਵੀ ਸ਼ਾਂਤ ਹੋ ਗਿਆ। ਤੁਸ਼ਨ ਹੋਏ ਰਿਓ ਸੁਖ ਪਾਈ। ਔਰ ਬਿਲਕੁਲ ਚੁੱਪ ਹੋ ਗਏ ਪਿਤਾ ਜੀ, ਹਿਰਦੇ ਵਿੱਚ ਸ਼ਾਂਤੀ ਵਰਤ ਗਈ। ਓੜ ਰਹੇ ਪਰੇ ਅੰਕ ਕੇ ਉਪਰ। ਰਾਤ ਦਾ ਸਮਾਂ ਸੀ। ਸਤਿਗੁਰੂ ਜੀ ਭੋਜਨ ਛਕਣ ਤੋਂ ਬਾਅਦ ਮਾਤਾ ਪਿਤਾ ਜੀ ਨੂੰ ਸੰਤੋਖ ਦੇ ਕੇ, ਹਿਰਦੇ ਦਾ ਟਿਕਾ ਬਖਸ਼ ਕੇ, ਉਹਨਾਂ ਹਿਰਦਿਆਂ ਵਿੱਚੋਂ ਮੋਹ ਤੇ ਮਮਤਾ ਦੀ ਬਿਰਤੀ ਨੂੰ ਨਿਵਾਰ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਪਲੰਘੇ ਤੇ ਮੰਜੇ ਤੇ ਆਣ ਕੇ ਬਿਰਾਜੇ ਹਨ। ਸ੍ਰੀ ਗੁਰੂ ਨਾਨਕ ਜੀ ਗਤ ਦਾਈ। ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੋ ਮੁਕਤੀ ਦੇ ਦਾਤੇ ਹਨ, ਜੋ ਮੁਕਤੀ ਵੰਡਣ ਵਾਲੇ ਹਨ। ਨੀਂਦ ਬਾਸੀ ਹੋਏ ਸੋਏ ਰਾਏ ਤਬ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇਤਰ ਮੁੰਦ ਲਏ ਨੇ,
ਸਰੀਰਕ ਤੌਰ ਤੇ ਨਿੰਦਰਾ ਵਸ ਹੋਏ ਹਨ। ਜਾਮਨ ਜਾਮ ਰਹੀ ਜਬਈ, ਜਦੋਂ ਪਹਿਰ ਰਾਤ ਰਹੀ ਯਾਨੀ ਕਿ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ। ਆਲਸ ਛੋਰ ਉਠੇ ਕਰੁਣਾਨਿਧ, ਕਰੁਣਾਨਿਧ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਮੰਜੇ ਤੋਂ, ਆਪਣੇ ਪਲੰਘਾਂ ਤੋਂ, ਸੁਖਾਸਣਾਂ ਤੋਂ ਉੱਠੇ ਹਨ। ਦਾਸਨ ਕੇ ਸੁਖ ਦਾ ਸਭਈ, ਐਸੇ ਸਤਿਗੁਰੂ ਜੀ ਜੋ ਆਪਣਿਆਂ ਦਾਸਾਂ, ਆਪਣਿਆਂ ਸੇਵਕਾਂ ਨੂੰ ਸੁਖ ਦੇਣ ਵਾਲੇ ਹਨ, ਆਪਣਿਆਂ ਦਾਸਾਂ ਨੂੰ ਆਨੰਦ ਤੇ ਖੇੜਾ ਦੇਣ ਵਾਲੇ ਹਨ। ਨਾਵਨ ਕੇ ਹਿਤ ਚਲੇ ਉਠ ਬਾਹਿਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ਼ਨਾਨ ਕਰਨ ਵਾਸਤੇ ਨਾ ਘਰੋਂ ਸਰੀਰ ਦੀ ਕਿਰਿਆ ਸੋਧਣ ਲਈ, ਇਸ਼ਨਾਨ ਪਾਨ ਕਰਨ ਲਈ ਘਰੋਂ ਬਾਹਰ ਗਏ ਹਨ। ਚੰਦ ਕੀ ਜੌਨ ਦੀ ਪੈਂਤਾਬਈ, ਚਾਨਣੀ ਰਾਤ ਸੀ, ਚੰਦਰਮਾ ਚੜਿਆ ਹੋਇਆ ਤੇ ਚਾਨਣੀ ਰਾਤ ਸੀ। ਤਿਉ ਭਗਤੀ ਪਰ ਕਾਸ਼ਨ ਕੋ ਸਭ, ਕਹਿੰਦੇ ਜਿਵੇਂ ਚੰਦਰਮਾ ਆਪਣੀ ਚਾਨਣੀ ਬਿਖੇਰਦਾ ਹੈ, ਏਦਾਂ ਸੰਸਾਰ ਵਿੱਚ ਭਗਤੀ ਦਾ ਪ੍ਰਕਾਸ਼ ਕਰਨ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵਿਚਰ ਰਹੇ ਹਨ। ਦੇਸ਼ ਬਦੇਸ਼ ਚਲੇ ਆਬਈ, ਸਤਿਗੁਰੂ ਜੀ ਨੇ ਤਿਆਰੀ ਕਰ ਲਈ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਪਾਰ ਬ੍ਰਹਮ ਪਰਮੇਸ਼ਰ ਦੀ ਭਗਤੀ ਦਾ ਚਾਨਣਾ ਜਿਹੜਾ ਹੈ ਉਹਦਾ ਪ੍ਰਕਾਸ਼ ਕਰਨ ਵਾਸਤੇ ਸਤਿਗੁਰਾਂ ਨੇ ਤਿਆਰੀ ਕੀਤੀ ਅੱਜ ਜਾਣ ਦੀ। ਕੂਪ ਹਰ ਅੱਠ ਚਲੇ ਨਹਿ ਕੋਏ, ਸਤਿਗੁਰੂ ਜੀ ਵਿਚਰ ਰਹੇ ਨੇ ਨਗਰ ਵਿੱਚ, ਵੇਖਦੇ ਨੇ ਕਿਤੇ ਜਲ ਹੋਵੇ ਤੇ ਇਸ਼ਨਾਨ ਕਰੀਏ। ਪਰਮੇਸ਼ਰ ਵੱਲੋਂ ਅੰਮ੍ਰਿਤ ਵੇਲਾ ਸੀ ਤੇ ਨਾ ਕੋਈ ਖੂਹ ਚੱਲਦਾ ਸੀ ਤੇ ਨਾ ਕੋਈ ਹਲਟ ਚੱਲਦੀ ਸੀ। ਤੇ ਵੇਖਿਆ ਸਤਿਗੁਰੂ ਜੀ ਨੇ ਵੀ ਖੂਹ ਵੀ ਨਹੀਂ ਕੋਈ ਚੱਲ ਰਿਹਾ ਤੇ ਨਾ ਹੀ ਕੋਈ ਹਲਟ ਚੱਲ ਰਹੀ ਹੈ। ਫਿਰ ਇੱਕ ਦੋਏ ਤਬੇ ਗਤ ਦਾਈ, ਸਤਿਗੁਰੂ ਜੀ ਏਦਾਂ ਇੱਕ ਦੋ ਵਾਰੀ ਫਿਰੇ, ਜਿੱਧਰ ਰਾਏ ਬੁਲਾਰ ਦਾ ਘਰ ਸੀ ਉਸ ਪਾਸੇ ਵੀ ਸਤਿਗੁਰੂ ਜੀ ਨਿਗਾਹ ਮਾਰਨ ਗਏ ਕਿ ਕਿਤੇ ਜਲ ਚੱਲਦਾ ਹੋਵੇ। ਨਾ ਕੋਈ ਹਲਟ ਚੱਲਦੀ ਸੀ ਤੇ ਨਾ ਹੀ ਕੋਈ ਖੂਹ ਗਿੜਦਾ ਸੀ। ਨੀਰੇ ਨਾ ਪਾਵਤ ਪੇਕਿਤੋਂ, ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ਼ਨਾਨ ਕਰਨਾ ਸੀ, ਸਵੇਰ ਦਾ ਵੇਲਾ ਸੀ ਅੰਮ੍ਰਿਤ ਵੇਲੇ ਦਾ, ਤੋ ਇਸ਼ਨਾਨ ਕਰਨਾ ਸੀ ਪਰ ਕਿਤੋਂ ਪਾਣੀ ਨਹੀਂ ਮਿਲਿਆ ਸਤਿਗੁਰਾਂ ਨੂੰ। ਤੈਂ ਕਾਲ ਵਿਖੇ ਮੁਖ ਬਾਣੀ ਅਲਾਈ, ਤੇ ਰਾਏ ਬੁਲਾਰ ਦੇ ਘਰ ਦੇ ਕੋਲੋਂ ਲੰਘਦੇ ਸੀ ਸਤਿਗੁਰੂ ਜੀ, ਅੰਮ੍ਰਿਤ ਵੇਲਾ ਸੀ ਤੇ ਰਾਏ ਵੀ ਜਾਗਦਾ ਸੀ ਬੈਠਕ 'ਚ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕੋ ਸਰੋਵਰ ਨਾਏ ਇਹਾ, ਮਹਾਰਾਜ ਜੀ ਉੱਚੀ ਬੋਲੇ, ਕਹਿੰਦੇ ਵੀ ਐਡਾ ਵੱਡਾ ਨਗਰ ਹੈ ਤਲਵੰਡੀ ਤੇ ਇੱਥੇ ਕੋਈ ਸਰੋਵਰ ਨਹੀਂ ਹੈ, ਪਾਣੀ ਦਾ ਤਲਾਬ ਨਹੀਂ ਹੈ। ਕਿਉਂਕਿ ਖੂਹ ਤਾਂ ਸੀਗੇ, ਹਲਟਾਂ ਲੱਗੀਆਂ ਹੋਈਆਂ ਪਰ ਉਹ ਚੱਲ ਨਹੀਂ ਸੀ ਰਹੇ। ਮਹਾਰਾਜ ਜੀ ਕਹਿੰਦੇ ਇਤਨਾ ਵੱਡਾ ਨਗਰ ਹੈ ਤਲਵੰਡੀ ਤੇ ਇੱਥੇ ਕੋਈ ਸਰੋਵਰ ਨਹੀਂ ਲੱਗਾ ਹੋਇਆ। ਨਗਰੀ ਬਿਨ ਨੀਰ ਨਾ ਕੂਪ ਚਲਾਈ, ਕਹਿੰਦੇ ਪਾਣੀ ਨਹੀਂ ਲੱਭਦਾ ਨਗਰ ਦੇ ਵਿੱਚ, ਨਾ ਕੋਈ ਖੂਹ ਚੱਲਦਾ ਨਜ਼ਰ ਆਉਂਦਾ ਹੈ। ਜਾਗਤ ਰਾਏ ਬੁਲਾਰ ਸੁਨੀ, ਰਾਏ ਬੁਲਾਰ ਨੇ ਜਦੋਂ ਇਹ ਗੱਲ ਸੁਣੀ, ਕਿਉਂਕਿ ਜਾਗ ਹੀ ਰਿਹਾ ਸੀ ਉਹ, ਜਦੋਂ ਉਹਨੇ ਗੱਲ ਸੁਣੀ ਤੈਂ ਕਾਲ ਵਿਖੇ ਮਨ ਯੋ ਠਹਿਰਾਈ, ਉਸੇ ਵੇਲੇ ਰਾਏ ਬੁਲਾਰ ਨੇ ਆਪਣੇ ਮਨ 'ਚ ਸੰਕਲਪ ਕੀਤਾ। ਵੇਖੋ ਸਤਿਗੁਰਾਂ ਦੀ ਲੀਲਾ, ਰਾਏ ਬੁਲਾਰ ਚਾਹੁੰਦਾ ਸੀ ਵੀ ਮੈਨੂੰ ਕੋਈ ਸੇਵਾ ਮਿਲੇ, ਬਾਰ-ਬਾਰ ਪੁੱਛਦਾ ਸੀ। ਸਤਿਗੁਰੂ ਜੀ ਨੇ ਵੇਖਿਆ ਵੀ ਰਾਏ ਬੁਲਾਰ ਦੀ ਭਾਵਨਾ ਵੀ ਮੈਂ ਕੋਈ ਸੇਵਾ ਕਰਾਂ, ਗੁਰਦੇਵ ਨੇ ਲੀਲਾ ਵਰਤਾ ਦਿੱਤੀ। ਤੇ ਉੱਥੇ ਕੋਲ ਆ ਕੇ ਕਹਿੰਦੇ ਵੀ ਸਰੋਵਰ ਨਹੀਂ ਹੈ ਕੋਈ, ਇੱਥੇ ਐਡਾ ਵੱਡਾ ਨਗਰ ਹੈ, ਪਾਣੀ ਤੋਂ ਬਿਨਾਂ ਨਗਰ ਦੇ ਵਾਸਤੇ ਬੜੀ ਔਖਿਆਈ ਹੈ, ਵੀ ਖੂਹ ਨਾ ਚੱਲਦਾ ਹੋਵੇ ਤੇ ਫਿਰ ਕਿਵੇਂ ਚੱਲੇ, ਇਸ਼ਨਾਨ ਪਾਣੀ ਕਿਵੇਂ ਹੋਵੇ ਅੰਮ੍ਰਿਤ ਵੇਲੇ। ਤੋ ਸਤਿਗੁਰੂ ਜੀ ਨੇ ਜਦੋਂ ਇਹ ਬਚਨ ਕੀਤਾ ਤੇ ਰਾਏ ਬੁਲਾਰ ਨੇ ਸੁਣਿਆ, ਨਾਨਕ ਨਾਮ ਸਰੋਵਰ ਲਾਵੋ, ਰਾਏ ਬੁਲਾਰ ਨੇ ਮਨ 'ਚ ਸੰਕਲਪ ਕੀਤਾ ਕਿ ਮੈਂ ਅੱਜ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਇੱਥੇ ਸਰੋਵਰ ਲਾਵਾਂਗਾ, ਅੱਜ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਤੇ ਸਰੋਵਰ ਲਾਵਾਂਗਾ। ਉਠਤ ਪੋਰ ਇਹ ਮਾਨਿਆ ਨਾ, ਸਵੇਰੇ ਦਿਨ ਚੜ੍ਹਦਿਆਂ ਇਹਦੇ ਮਨ ਦੇ ਵਿੱਚ ਸੰਕਲਪ ਆਇਆ ਕਿ ਅੱਜ ਲੋ ਲੱਗਦਿਆਂ ਸਾਰ ਸਭ ਤੋਂ ਪਹਿਲਾ ਕੰਮ ਸਤਿਗੁਰੂ ਜੀ ਦੇ ਨਾਂ ਦੇ ਉੱਤੇ ਸਰੋਵਰ ਲਾਣਾ ਹੈ। ਜਾਣਤ ਪਾਨਿਜ ਕੋ ਕੇਰ ਤਾਰਥ, ਰਾਏ ਬੁਲਾਰ ਤਾਂ ਇੰਨਾ ਖੁਸ਼ ਹੋਇਆ ਮਾਨੋ ਉਹਨੇ ਆਪਣੇ ਆਪ ਨੂੰ ਕਿਰਤਾਰਥ ਹੋਇਆ ਜਾਣ ਲਿਆ
ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਸੇਵਾ ਬਖਸ਼ ਦਿੱਤੀ ਹੈ। ਲਾਏ ਤੜਾਗਰੀ ਦੇ ਬਿਗਸਾਨਾ। ਬੜਾ ਖੁਸ਼ ਹੋਇਆ ਕਿ ਸਤਿਗੁਰਾਂ ਦੇ ਨਾਂ ਦੇ ਉੱਤੇ ਤੜਾਗ ਕਹਿੰਦੇ ਆ ਸਰੋਵਰ ਨੂੰ, ਸਰੋਵਰ ਲੱਗੇਗਾ। ਸੋਖੋ ਨਵਾਏ ਤਾਹਾਂ ਝਟਤੀ। ਕਹਿੰਦੇ ਝਟ ਰਾਏ ਬੁਲਾਰ ਨੇ ਉੱਥੇ ਖੁਦਾਈ ਸ਼ੁਰੂ ਕਰਵਾ ਦਿੱਤੀ। ਸਭ ਤੋਂ ਪਹਿਲਾ ਸਰੋਵਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਂ ਦਾ ਅਗਰ ਕਿਸੇ ਜਗ੍ਹਾ ਤੇ ਲੱਗਾ ਤਾਂ ਉਹ ਸ੍ਰੀ ਨਨਕਾਣਾ ਸਾਹਿਬ ਵਿਖੇ ਲੱਗਾ ਹੈ। ਸਭ ਤੋਂ ਪਹਿਲਾ ਸਰੋਵਰ ਜਿੱਥੇ ਗੁਰੂ ਘਰਾਂ ਦੇ ਵਿੱਚ ਸਰੋਵਰਾਂ ਦੀ ਮਰਿਆਦਾ ਚੱਲਦੀ ਹੈ। ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਉੱਤੇ ਰਾਏ ਬੁਲਾਰ ਨੇ ਝਟ ਸਰੋਵਰ ਦੀ ਖੁਦਾਈ ਆਰੰਭ ਦਿੱਤੀ। ਦਿਨ ਈਖਦ ਮੈਂ ਕਰ ਤਿਆਰ ਸੋ ਜਾਨਾ। ਥੋੜੇ ਦਿਨਾਂ ਦੇ ਵਿੱਚ ਹੀ ਸਰੋਵਰ ਤਿਆਰ ਹੋ ਗਿਆ ਹੈ ਅਬ ਲੋ ਇਸ਼ਨਾਨ ਪੁਨੀਤ। ਮਾਂ ਕਵੀ ਜੀ ਕਹਿੰਦੇ ਉਹ ਸਰੋਵਰ ਅੱਜ ਤਾਈਂ ਹੈ ਉੱਥੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਉਹ ਸਰੋਵਰ ਅੱਜ ਤਾਈਂ ਵੀ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਨਾਂ ਦਾ ਲੱਗਾ ਹੋਇਆ। ਕਰੇ ਤੈਂ ਠਾ ਤੈਂ ਪਾਪ ਪਰਾਨਾ। ਜਿਹੜਾ ਕੋਈ ਆ ਕੇ ਉੱਥੇ ਇਸ਼ਨਾਨ ਕਰਦਾ, ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਿਮਰਨ ਕਰਦਾ, ਉਹਦੇ ਪਾਪ ਨਸ ਜਾਂਦੇ ਆ, ਉਹਦੇ ਪਾਪ ਨਿਰਵਿਰਤ ਹੋ ਜਾਂਦੇ ਹਨ। ਦੋਹਰਾ ਮੁਝ ਕੋ ਲਿਓ ਬੁਲਾਏ ਤਬ ਕਰਵਾਇਓ ਇਸ਼ਨਾਨ। ਭਾਈ ਬਾਲਾ ਜੀ ਕਹਿੰਦੇ ਅੰਮ੍ਰਿਤ ਵੇਲਾ ਸੀ, ਸਤਿਗੁਰੂ ਜੀ ਸਾਡੇ ਘਰੇ ਆ ਗਏ। ਭਾਈ ਬਾਲਾ ਜੀ ਕਹਿੰਦੇ ਮੈਨੂੰ ਆਵਾਜ਼ ਮਾਰੀ, ਬਾਲਿਆ ਆ ਜਾ। ਕਹਿੰਦੇ ਮੈਨੂੰ ਬੁਲਾ ਲਿਆ ਸੀ, ਮੈਂ ਜਾ ਕੇ ਖੂਹ ਨੂੰ ਕਹਿੰਦੇ ਪ੍ਰਬੰਧ ਕੀਤਾ ਤੇ ਸਤਿਗੁਰਾਂ ਦੇ ਵਾਸਤੇ ਜਲ ਕੱਢਿਆ ਤੇ ਗੁਰੂ ਨਾਨਕ ਸਾਹਿਬ ਨੂੰ ਇਸ਼ਨਾਨ ਮੈਂ ਕਰਵਾਇਆ। ਆਲਿਆ ਮਿਲ ਕਰ ਸਤਿਗੁਰੂ ਕੀਨੋ ਪੁਨ ਪ੍ਰਸਥਾਨ। ਭਾਈ ਮਰਦਾਨੇ ਨੂੰ ਵੀ ਸੱਦ ਲਿਆ ਕਿ ਸਤਿਗੁਰੂ ਜੀ ਘਰ ਵਿੱਚ ਪਰਿਵਾਰ ਨੂੰ ਮਿਲੇ ਨੇ ਤੇ ਮਿਲ ਕੇ ਸਤਿਗੁਰੂ ਜੀ ਅੰਮ੍ਰਿਤ ਵੇਲਾ ਹੀ ਸੀ, ਹਾਲੇ ਹਨੇਰਾ ਹੀ ਸੀ, ਤੋ ਸਤਿਗੁਰੂ ਜੀ ਨਨਕਾਣਾ ਸਾਹਿਬ ਤੋਂ ਜੀਵਾਂ ਦੇ ਕਲਿਆਣ ਨਿਮਿਤ ਚੱਲ ਪਏ ਹਨ। ਸਵਈਆ ਦੋਏ ਮਾਹੂਰਤ ਜਾਮਨ ਤੇ। 2 ਘੜੀਆਂ ਰਾਤ ਬਾਕੀ ਸੀ, ਅੰਮ੍ਰਿਤ ਵੇਲਾ ਸੀ। ਗੁਰੂ ਨਾਨਕ ਜੀ ਤਬ ਕੀਨ ਪਿਆਨਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਪਿਆਨਾ ਕੀਤਾ। 2 ਘੜੀਆਂ ਰਾਤ ਬਾਕੀ ਰਹਿੰਦੀ ਸੀ, ਪਾਤਸ਼ਾਹ ਜੀ ਚੱਲੇ ਹਨ। ਸੰਗ ਚਲੇ ਸੁਖ ਸਾਗਰ ਕੇ ਜੁਗ। ਦੋਵੇਂ ਗੁਰੂ ਕੇ ਲਾਲ ਭਾਈ ਬਾਲਾ ਜੀ ਔਰ ਭਾਈ ਮਰਦਾਨਾ ਜੀ ਦੋਵੇਂ ਸਤਿਗੁਰਾਂ ਦੇ ਨਾਲ ਜਾ ਰਹੇ ਨੇ। ਮੈਂ ਪੁੰਨ ਔਰ ਚਲਿਓ ਮਰਦਾਨਾ। ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਜੀ ਅੱਗੇ ਨੇ ਤੇ ਪਿੱਛੇ ਮੈਂ ਤੇ ਭਾਈ ਮਰਦਾਨਾ ਜੀ ਅਸੀਂ ਦੋਵੇਂ ਜਾ ਰਹੇ ਹਾਂ। ਚੇਤੇ ਆਨੰਦ ਸਤੰ ਸੁਖ ਕੰਦ। ਸਤਿਗੁਰੂ ਜੀ ਚੇਤਨ ਸਵਰੂਪ ਨੇ, ਆਨੰਦ ਸਵਰੂਪ ਨੇ, ਸੁੱਖਾਂ ਦਾ ਮੂਲ ਹਨ। ਗੋਬਿੰਦ ਮੁਕੰਦ ਸਦਾ ਦੁਖ ਹਾਨਾ। ਜੋ ਗੋਬਿੰਦ ਸਵਰੂਪ ਨੇ, ਮੁਕਤੀ ਦਾਤੇ ਨੇ ਔਰ ਸਦਾ ਆਪਣਿਆਂ ਸੇਵਕਾਂ ਦੇ ਦੁੱਖਾਂ ਦਾ ਨਾਸ ਕਰਨ ਵਾਲੇ ਹਨ। ਤਾਂ ਗੁਰ ਕੇ ਪਦ ਪੰਕਜੀ ਉਪਰ। ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਚਰਨ ਕਮਲਾਂ ਦੇ ਉੱਤੇ ਜਾਤ ਸਦੀਵ ਕਵੀ ਕੁਰਬਾਨਾ। ਮਹਾਕਵੀ ਜੀ ਕਹਿੰਦੇ ਮੈਂ ਕੁਰਬਾਨ ਜਾਂਦਾ ਹਾਂ, ਸਤਿਗੁਰਾਂ ਦੇ ਐਸੇ ਸੋਹਣਿਆਂ ਚਰਨਾਂ ਤੇ ਮੈਂ ਬਲਿਹਾਰ ਜਾਂਦਾ ਹਾਂ। ਦੋਹਰਾ ਮੰਦ ਮੰਦ ਗਤ ਸੁੰਦਰੀ ਪਦ ਪਦਵੀ ਪਰ ਜਾਏ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬੜੀ ਸੋਹਣੀ ਚਾਲ ਚੱਲਦੇ, ਸਹਿਜੇ ਸਹਿਜੇ ਗਰੀਬ ਨਵਾਜ ਪਾਤਸ਼ਾਹ ਜੀ ਕਦਮ ਪੁੱਟਦੇ, ਜ਼ਮੀਨ ਦੇ ਉੱਤੇ ਧਰਦੇ ਤੇ ਧਰਣੀ ਵੀ ਬਾਰੇ ਬਾਰੇ ਜਾਂਦੀ, ਬਲਿਹਾਰੇ ਜਾਂਦੀ ਹੈ। ਮੈਂ ਪੁੰਨ ਮਰਦਾਨਾ ਦੋ ਸਤਿਗੁਰ ਪੀਛੇ ਜਾਏ। ਭਾਈ ਬਾਲਾ ਜੀ ਕਹਿੰਦੇ ਮੈਂ ਤੇ ਭਾਈ ਮਰਦਾਨਾ ਅਸੀਂ ਦੋਵੇਂ ਸਤਿਗੁਰੂ ਜੀ ਦੇ ਪਿੱਛੇ ਪਿੱਛੇ ਜਾ ਰਹੇ ਹਾਂ ਤੇ ਸਤਿਗੁਰੂ ਜੀ ਸਾਡੇ ਅੱਗੇ ਟੁਰੇ ਜਾਂਦੇ ਹਨ। ਜੋ ਪਾਈ ਹੀਤ ਭਗਤ ਸਰਤਾ ਬਿਸਤਾਰਨ। ਖਾਲਸਾ ਜੀ ਸਤਿਗੁਰੂ ਜੀ ਕਿਉਂ ਜਾ ਰਹੇ ਨੇ? ਭਗਤੀ ਦੀ ਨਦੀ ਦਾ ਵਿਸਥਾਰ ਕਰਨ ਵਾਸਤੇ।
ਸਰਤਾ ਕਹਿੰਦੇ ਆ ਨਦੀ ਨੂੰ। ਭਗਤੀ ਦੀ ਨਦੀ ਦਾ ਵਿਸਥਾਰ ਕਰਨ ਲਈ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਜਾ ਰਹੇ ਹਨ। ਨਾਨਕ ਰਾਏ ਜਗਤ ਨਿਸਤਾਰਨ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਦੇ ਪਾਰ ਉਤਾਰਨੇ ਵਾਸਤੇ ਭਗਤੀ ਦੀ ਨਦੀ ਦਾ ਵਿਸਥਾਰ ਕਰਨ ਲਈ ਜਾ ਰਹੇ ਨੇ। ਸੋ ਥਲ ਪਲੋ ਤੈ ਜੋ ਮਨ ਨੀਵਾ। ਖਾਲਸਾ ਜੀ, ਇਹ ਨਦੀ ਭਗਤੀ ਦੀ ਉੱਥੇ ਆ ਕੇ ਟਿਕਦੀ ਹੈ ਜਿਹੜਾ ਨੀਵਾਂ ਥਾਂ ਹੋਵੇ, ਕਿਉਂਕਿ ਨਦੀ ਨੇ ਤਾਂ ਉੱਥੇ ਹੀ ਟਿਕਣਾ ਨਾ, ਪਾਣੀ ਨੇ ਨੀਵੇਂ ਥਾਂ ਤੇ। ਕਹਿੰਦੇ ਜਿਨ੍ਹਾਂ ਦੇ ਹਿਰਦਿਆਂ 'ਚ ਨਿਰਮਾਣਤਾ ਹੈ, ਜਿਨ੍ਹਾਂ ਦੇ ਹਿਰਦਿਆਂ ਵਿੱਚ ਵਿਨਿਮਰਤਾ ਹੈ, ਉਹਨਾਂ ਦੇ ਹਿਰਦਿਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਇਹ ਭਗਤੀ ਦੀ ਨਹਿਰ ਨੇ ਆ ਕੇ ਟਿਕਣਾ। ਇਹ ਜਿਹੜੀ ਭਗਤੀ ਗੁਰੂ ਨਾਨਕ ਸਾਹਿਬ ਨੇ ਬਖਸ਼ੀ ਹੈ ਨਾ, ਇਹ ਭਗਤੀ ਦੀ ਨਹਿਰ ਦਾ ਜਲ ਉਹਨਾਂ ਦੇ ਹਿਰਦਿਆਂ 'ਚ ਆ ਕੇ ਟਿਕਣਾ ਸ੍ਰੇਸ਼ਟ ਥਾਵਾਂ ਤੇ, ਜਿਨ੍ਹਾਂ ਦੇ ਹਿਰਦਿਆਂ ਵਿੱਚ ਨਿਮਰਤਾ ਤੇ ਹਲੀਮੀ ਹੈ। ਜਾਏ ਕੀਰਤਨ ਨੀਰਸ ਦੀਵਾ। ਕਿਸੇ ਨੇ ਪੁੱਛਿਆ ਜੀ ਇਸ ਭਗਤੀ ਰੂਪੀ ਨਹਿਰ 'ਚ ਪਾਣੀ ਕਿਹੜਾ ਹੈ? ਤਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਭਗਤੀ ਰੂਪੀ ਨਹਿਰ ਦੇ ਵਿੱਚ ਕੀਰਤਨ ਰੂਪੀ ਜਲ ਭਰਿਆ ਹੋਇਆ। ਜਿਵੇਂ ਨਹਿਰ ਦੇ ਵਿੱਚ ਪਾਣੀ ਹੁੰਦਾ ਹੈ, ਇਸ ਭਗਤੀ ਰੂਪੀ ਨਦੀ ਵਿੱਚ ਨਹਿਰ ਵਿੱਚ ਸਤਿਗੁਰਾਂ ਦੀ ਬਾਣੀ ਦਾ ਜੋ ਕੀਰਤਨ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਇਹ ਕੀਰਤਨ ਇਸ ਨਹਿਰ ਦੇ ਵਿੱਚ ਜਲ ਨਾਲ ਭਰਿਆ ਹੋਇਆ ਹੈ। ਨਾਮ ਸਿਫਤ ਸੁੱਟ ਉਠਤ ਤਰੰਗਾ। ਜਿਵੇਂ ਨਹਿਰ ਦੇ ਪਾਣੀ 'ਚ ਤਰੰਗਾਂ ਉਪਜਦੀਆਂ ਨੇ, ਇਸ ਭਗਤੀ ਰੂਪੀ ਨਹਿਰ ਵਿੱਚ ਜਿਹੜਾ ਪਰਮੇਸ਼ਰ ਦਾ ਨਾਮ ਹੈ, ਅਕਾਲ ਪੁਰਖ ਦਾ, ਉਸ ਦਾ ਨਾਮ ਜਪਣਾ, ਉਹਦੀਆਂ ਸਿਫਤਾਂ ਕਰਨੀਆਂ, ਕਹਿੰਦੇ ਇਹ ਲਹਿਰਾਂ ਉੱਠਦੀਆਂ ਨੇ ਇਸ ਭਗਤੀ ਦੀ ਨਦੀ ਵਿੱਚ। ਨਿਕਸਨ ਥਾਨ ਜਾਸ ਸਤ ਸੰਗਾ। ਜਿਵੇਂ ਨਹਿਰਾਂ ਕਿਤੋਂ ਵਗ ਕੇ ਚੱਲਦੀਆਂ ਨੇ ਨਾ, ਜਿਵੇਂ ਗੰਗੋਤਰੀ ਤੋਂ ਗੰਗਾ ਉਤਰਦੀ ਹੈ, ਜਮਨੋਤਰੀ ਤੋਂ ਜਮਨਾ ਉਤਰਦੀ ਹੈ, ਜਿੱਥੋਂ ਚੱਲਦੀਆਂ ਨੇ ਨਹਿਰਾਂ, ਕਹਿੰਦੇ ਇਸੇ ਤਰ੍ਹਾਂ ਇਹ ਜਿਹੜੀ ਭਗਤੀ ਰੂਪੀ ਨਹਿਰ ਹੈ, ਇਹ ਸਾਧ ਸੰਗਤ ਰੂਪੀ ਸਥਾਨ ਤੋਂ ਨਿਕਲਦੀ ਹੈ। ਇਹ ਜਿਹੜੀ ਭਗਤੀ ਰੂਪੀ ਨਹਿਰ ਹੈ, ਇਹ ਕਿੱਥੋਂ ਨਿਕਲਦੀ ਹੈ? ਇਹ ਸਤ ਸੰਗਤ ਵਿੱਚੋਂ ਨਿਕਲਦੀ ਹੈ, ਸਾਧ ਸੰਗਤ ਰੂਪੀ ਸ੍ਰੇਸ਼ਟ ਥਾਂ ਤੋਂ ਨਿਕਲਦੀ ਹੈ। ਭ੍ਰਮ ਅਗਿਆਨ ਅਧਿਕ ਦ੍ਰਿੜ ਕੂਲਾ। ਜਿਵੇਂ ਨਹਿਰ ਦੇ ਦੋ ਕਿਨਾਰੇ ਹੁੰਦੇ ਆ, ਇਸੇ ਤਰ੍ਹਾਂ ਇਸ ਭਗਤੀ ਰੂਪੀ ਨਹਿਰ ਦੇ ਦੋ ਕਿਨਾਰੇ ਨੇ, ਇੱਕ ਹੈ ਅਗਿਆਨ, ਇੱਕ ਹੈ ਇਸ ਪਾਸੇ ਭਰਮ। ਹੁਣ ਭਰਮ ਤੇ ਅਗਿਆਨ ਦੋਵੇਂ ਦੇ ਵਿੱਚ ਨਹੀਂ ਆ ਸਕਦੇ, ਉਹ ਕਿਨਾਰੇ ਤਾਂ ਕਿਨਾਰੇ ਹੀ ਰਹਿਣਗੇ ਨਾ, ਦੋਵੇਂ ਕਿਨਾਰੇ ਤਾਂ ਨਹੀਂ ਮਿਲਦੇ ਹੁੰਦੇ ਨਹਿਰ ਦੇ। ਕਹਿੰਦੇ ਭਰਮ ਤੇ ਅਗਿਆਨ ਇਹ ਦੋ ਇਸ ਨਦੀ ਦੇ ਕਿਨਾਰੇ ਹਨ। ਤਿਨੇ ਨਿਕੰਦਨ ਕੋ ਅਨਕੂਲਾ। ਜਿਵੇਂ ਨਹਿਰ ਕਿਨਾਰਿਆਂ ਨੂੰ ਘਸਰ ਕੇ ਉਹਨਾਂ ਕਿਨਾਰਿਆਂ ਨੂੰ ਵੀ ਵਿੱਚ ਹੀ ਵਗਾ ਕੇ ਲੈ ਜਾਂਦੀ ਹੈ ਨਾ, ਇਦਾਂ ਇਹ ਭਗਤੀ ਰੂਪੀ ਨਹਿਰ ਭਰਮ ਤੇ ਅਗਿਆਨ ਰੂਪੀ ਦੋਨਾਂ ਕਿਨਾਰਿਆਂ ਨੂੰ ਆਪਣੇ ਵਿੱਚ ਵਹਾ ਕੇ ਲਿਜਾਣ ਵਾਲੀ ਹੈ। ਜਿੱਥੇ ਭਗਤੀ ਹੋਵੇ ਉੱਥੇ ਨਾ ਅਗਿਆਨ ਰਹਿੰਦਾ, ਉੱਥੇ ਨਾ ਹੀ ਭਰਮ ਰਹਿੰਦਾ ਹੈ। ਖਰੇ ਬਿਟਪ ਕਲ ਮਲ ਕਲਿ ਕਾਲਾ। ਜਿਵੇਂ ਨਹਿਰਾਂ ਦੇ ਕੰਢਿਆਂ ਤੇ ਖਲੋਤੇ ਦਰਖਤ, ਉਹ ਨਹਿਰਾਂ ਜਿਹੜੀਆਂ ਜ਼ਿਆਦਾ ਭਰ ਕੇ ਜਦੋਂ ਵਗਦੀਆਂ ਉਹਨਾਂ ਦਰਖਤਾਂ ਨੂੰ ਵੀ ਲੈ ਜਾਂਦੀਆਂ ਪੁੱਟ ਕੇ। ਕਹਿੰਦੇ ਇਸੇ ਤਰ੍ਹਾਂ ਇਸ ਭਗਤੀ ਰੂਪੀ ਨਹਿਰ ਦੇ ਕੰਢੇ ਤੇ ਜਿਹੜੇ ਪਾਪਾਂ ਰੂਪੀ ਦਰਖਤ ਖੜੇ ਨੇ, ਉਹਨਾਂ ਪਾਪਾਂ ਰੂਪੀ ਦਰਖਤਾਂ ਨੂੰ ਇਹ ਨਹਿਰ ਵਹਾ ਕੇ ਆਪਣੇ 'ਚ ਰੋੜ ਕੇ ਲਿਜਾਣ ਵਾਲੀ ਹੈ, ਯਾਨੀ ਕਿ ਪਾਪਾਂ ਦਾ ਨਾਸ ਕਰਨ ਵਾਲੀ ਹੈ। ਮੂਲੇ ਉਖਾਰੇ ਬੇਗ ਬਿਸਾਲਾ। ਇੰਨੇ ਵੇਗ ਨਾਲ ਚੱਲਦੀ ਹੈ ਕਿ ਉਹਨਾਂ ਨੂੰ ਜੜੋਂ ਪੁੱਟ ਕੇ ਲੈ ਜਾਂਦੀ ਹੈ ਪਾਪਾਂ ਨੂੰ। ਸਤਿਗੁਰ ਸਿੱਖ ਜਲ ਜੰਤੇ ਅਪਾਰਾ। ਜਿਵੇਂ ਨਹਿਰ ਦੇ ਵਿੱਚ ਜਲ ਜੰਤੂ ਹੁੰਦੇ, ਮੱਛੀਆਂ ਆਦਿਕ, ਕਹਿੰਦੇ ਇਦਾਂ ਜਿਹੜੇ ਗੁਰੂ ਕੇ ਸਿੱਖ ਨੇ ਇਸ ਭਗਤੀ ਰੂਪੀ ਨਹਿਰ ਦੇ ਜਲ ਜੰਤੂ ਨੇ, ਇਹਦੇ ਵਿੱਚ ਹੀ ਰਹਿੰਦੇ ਆ। ਜਿਵੇਂ ਪਾਣੀ ਨਹੀਂ, ਪਾਣੀ ਮੱਛੀ ਪਾਣੀ ਬਿਨਾਂ ਨਹੀਂ ਨਾ ਰਹਿ ਸਕਦੀ, ਇਦਾਂ ਗੁਰੂ ਕੇ ਸਿੱਖ ਇਸ ਭਗਤੀ ਰੂਪੀ ਨਦੀ ਦੇ ਕੀਰਤਨ ਰੂਪੀ ਜਲ ਤੋਂ ਬਿਨਾਂ ਰਹਿ ਨਹੀਂ ਸਕਦੇ, ਉਹ ਇਸੇ ਵਿੱਚ ਹੀ ਸੁਖ ਮਾਣਦੇ ਹਨ। ਵਿਛਰੇ ਨਹੀਂ ਲੀਨ ਸੁਖ ਭਾਰਾ। ਔਰ ਵਿਛੜਦੇ ਨਹੀਂ ਹਨ ਇਸ ਨਹਿਰ ਤੋਂ, ਭਾਰੀ ਸੁਖ ਪ੍ਰਾਪਤ ਕਰ। ਇਹ ਨਦੀ ਦਾ, ਇਹਨੂੰ ਰੂਪਕ ਅਲੰਕਾਰ ਕਹਿੰਦੇ ਆ ਖਾਲਸਾ ਜੀ। ਨਦੀ ਦਾ ਰੂਪਕ ਬਣ ਕੇ ਭਾਈ ਸਾਹਿਬ ਜੀ ਭਗਤੀ ਦੀ ਮਰਿਆਦਾ ਦੱਸ ਰਹੇ ਹਨ। ਕਹਿੰਦੇ ਇਸ ਭਗਤੀ ਰੂਪੀ ਨਹਿਰ ਨੂੰ ਗੁਰੂ ਕੇ ਸਿੱਖ ਨਹੀਂ ਤਿਆਗ ਸਕਦੇ, ਜਿਵੇਂ ਜਲ ਜੰਤੂ ਪਾਣੀ ਨੂੰ ਨਹੀਂ ਤਿਆਗਦੇ। ਦੋਹਰਾ ਪ੍ਰੇਮ ਬੇਗ ਪਰਵਾਹ ਤੇ ਮਾਇਆ ਕਾ
ਪਾਈਹੀਨ। ਕਹਿੰਦੇ ਇਸ ਭਗਤੀ ਰੂਪੀ ਨਹਿਰ ਦਾ ਜਿਹੜਾ ਵੇਗ ਹੈ, ਜਿਵੇਂ ਨਹਿਰ ਚੱਲਦੀ ਹੈ ਨਾ, ਉਹਦਾ ਵੇਗ ਹੁੰਦਾ, ਕਹਿੰਦੇ ਇਹਦਾ ਵੇਗ ਹੈ ਪ੍ਰੇਮ। ਇਹ ਪ੍ਰੇਮ ਨਾਲ ਵਹਿੰਦੀ ਜਾ ਰਹੀ ਹੈ। ਔਰ ਮਾਇਆ ਦੀ ਜਿਹੜੀ ਕਾਈ, ਜਿਵੇਂ ਪਾਣੀ ਦੇ ਉੱਤੇ ਕਾਈ, ਖੜਾ ਪਾਣੀ ਹੋਵੇ ਉਹਦੇ ਤੇ ਕਾਈ ਜੰਮ ਜਾਂਦੀ, ਚਲਦੇ ਪਾਣੀ ਤੇ ਨਹੀਂ ਨਾ ਕਾਈ ਜੰਮਦੀ। ਕਹਿੰਦੇ ਇਹ ਭਗਤੀ ਦਾ ਜਦੋਂ ਵੇਗ ਪ੍ਰੇਮ ਨਾਲ, ਜਦੋਂ ਇਹ ਭਗਤੀ ਰੂਪੀ ਨਹਿਰ ਚੱਲਦੀ ਹੈ ਤੇ ਇਹਦੇ ਤੇ ਮਾਇਆ ਰੂਪੀ ਜਿਹੜੀ ਕਾਈ ਹੈ ਉਹਦਾ ਜ਼ੋਰ ਨਹੀਂ ਚੱਲਦਾ, ਉਹਦੇ ਤੋਂ ਇਹ ਰਹਿਤ ਹੈ। ਇਹਦੇ ਤੇ ਮਾਇਆ ਰੂਪੀ ਕਾਈ ਨਹੀਂ ਜੰਮਦੀ। ਚਰਨ ਕਮਲ ਕੋ ਧਿਆਨ ਜੋ ਸੀਤਲਤਾ ਸੁਖ ਲੀਨ। ਜਿਵੇਂ ਨਹਿਰ ਦੇ ਪਾਣੀ 'ਚ ਸ਼ੀਤਲਤਾ ਠੰਡ ਹੁੰਦੀ ਹੈ, ਠੰਡਾ ਹੁੰਦਾ ਨਾ, ਇਦਾਂ ਜਿਹੜੇ ਸਤਿਗੁਰਾਂ ਦੇ ਚਰਨ ਕਮਲ ਨੇ, ਉਹਨਾਂ ਦਾ ਜਿਹੜਾ ਧਿਆਨ ਹੈ ਉਹ ਇਸ ਭਗਤੀ ਰੂਪੀ ਨਹਿਰ ਦੇ ਪਾਣੀ ਦੀ ਸ਼ੀਤਲਤਾ ਹੈ, ਇਸ ਜਲ ਦੀ ਸ਼ੀਤਲਤਾ ਹੈ, ਜਿਸ ਨੂੰ ਗੁਰੂ ਕੇ ਸਿੱਖਾਂ ਨੇ ਆਪਣੇ ਹਿਰਦੇ 'ਚ ਵਸਾਇਆ ਹੈ। ਚੌਪਈ ਸਹਿਜ ਸਰੂਪ ਸਿੰਧ ਸਮੁਹਾਈ। ਤੇ ਨਹਿਰ ਜਿਵੇਂ ਜਾ ਕੇ ਸਮੁੰਦਰ 'ਚ ਮਿਲਦੀ ਹੈ, ਇਸੇ ਤਰ੍ਹਾਂ ਇਹ ਭਗਤੀ ਰੂਪੀ ਜਿਹੜੀ ਨਹਿਰ ਹੈ ਇਹ ਸਹਿਜ ਦੇ ਗਿਆਨ ਦੀ ਅਵਸਥਾ ਵਿੱਚ, ਜਾਂ ਕਹਿ ਲਈਏ ਬ੍ਰਹਮ ਦੇ ਸਰੂਪ ਵਿੱਚ ਇਹ ਜਾ ਕੇ ਸਮਾਂਦੀ ਹੈ। ਮਿਲੀ ਜਾਏ ਇਸ ਸਥਿਰਤਾ ਪਾਈ। ਉੱਥੇ ਜਾ ਕੇ ਮਿਲ ਕੇ ਫਿਰ ਇਹ ਸदैवी ਤੋਰ ਲਈ ਟਿਕ ਜਾਂਦੀ ਹੈ। ਜਨਮ ਮਰਨ ਕੋ ਬੌਰ ਨਾ ਫੇਰਾ। ਜਿਹੜਾ ਇਸ ਭਗਤੀ ਰੂਪੀ ਨਹਿਰ ਦੇ ਵਿੱਚ ਜਾ ਕੇ ਬ੍ਰਹਮ ਸਰੂਪ ਵਿੱਚ ਮਿਲ ਜਾਂਦਾ ਹੈ, ਕਹਿੰਦੇ ਉਹਨੂੰ ਫਿਰ ਜਨਮ ਤੇ ਮਰਨ ਦੇ ਫੇਰੇ 'ਚ ਨਹੀਂ ਆਉਣਾ ਪੈਂਦਾ, ਉਹਨੂੰ ਫਿਰ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਭਟਕਣਾ ਪੈਂਦਾ। ਹੋਏ ਅਡੋਲ ਸੁਖ ਪਇਓ ਕਨੇਰਾ। ਉਹ ਸदैवी ਤੌਰ ਤੇ ਅਡੋਲ ਹੋ ਜਾਂਦਾ ਔਰ ਉਹਦੇ ਹਿਰਦੇ ਨੂੰ ਭਾਰੀ ਸੁਖ ਪ੍ਰਾਪਤ ਹੁੰਦਾ, ਜਿਹਨੂੰ ਇਹ ਭਗਤੀ ਰੂਪੀ ਨਹਿਰ ਦੀ ਪ੍ਰਾਪਤੀ ਹੋ ਜਾਏ। ਕਾਲ ਕਾਮ ਕੋ ਡਰ ਨੈ ਜਿਹਵਾ। ਇੱਥੇ ਕਾਲ ਰੂਪੀ ਮੌਤ ਰੂਪੀ ਗਰਮੀ ਦਾ ਕੋਈ ਡਰ ਨਹੀਂ। ਸਰਤਾ ਸੰਗ ਪਹੁੰਚेंगे ਤਹਿਵਾ। ਕਹਿੰਦੇ ਇਸ ਭਗਤੀ ਰੂਪੀ ਨਹਿਰ ਨਾਲ ਰਲ ਕੇ ਜਿਹੜੇ ਉੱਥੇ ਪਹੁੰਚਣਗੇ, ਜਿਨ ਐਸੀ ਸਰਤਾ ਬਰ ਤਿਆਗੀ। ਜਿੱਥੇ ਜਾ ਕੇ ਨਾ ਕਾਲ ਵਿਆਪੇਗਾ, ਜਿੱਥੇ ਜਾ ਕੇ ਨਾ ਮੌਤ ਵਿਆਪੇਗੀ, ਜਿੱਥੇ ਜਾ ਕੇ ਨਾ ਜਨਮ ਮਰਨ ਵਿਆਪੇਗਾ। ਤੇ ਕਹਿੰਦੇ ਇਹੋ ਜੀ ਸ੍ਰੇਸ਼ਟ ਭਗਤੀ ਰੂਪੀ ਨਹਿਰ ਜਿਨ੍ਹਾਂ ਲੋਕਾਂ ਨੇ ਤਿਆਗ ਦਿੱਤੀ ਹੈ, ਇਹਨੂੰ ਗ੍ਰਹਿਣ ਨਹੀਂ ਕੀਤਾ। ਮ੍ਰਿਗ ਤ੍ਰਿਸ਼ਨਾ ਜਗ ਭ੍ਰਮੇ ਅਭਾਗੀ। ਉਹ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵਿੱਚ, ਸੰਸਾਰ ਦੇ ਵਿੱਚ ਭਟਕਦੇ ਤੇ ਭਰਮਦੇ ਰਹਿੰਦੇ ਹਨ। ਸ਼੍ਰੀ ਨਾਨਕ ਸਰਤਾ ਬਿਸਤਾਰੀ। ਗੁਰੂ ਨਾਨਕ ਸਾਹਿਬ ਜੀ ਨੇ ਭਗਤੀ ਰੂਪੀ ਇਸ ਨਹਿਰ ਦਾ ਵਿਸਥਾਰ ਕੀਤਾ ਸੰਸਾਰ ਵਿੱਚ। ਖਾਲਸਾ ਜੀ, ਸਾਨੂੰ ਕੋਈ ਪੁੱਛੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਮਾਰਗ ਹੈ, ਗੁਰੂ ਨਾਨਕ ਸਾਹਿਬ ਦਾ ਜਿਹੜਾ ਪੰਥ ਹੈ, ਧਰਮ ਹੈ, ਇਹਦੇ 'ਚ ਕਿਹੜੀ ਚੀਜ਼ ਪ੍ਰਮੁੱਖ ਹੈ, ਕਿਹੜੀ ਪਰੰਪਰਾ ਮੁੱਖ ਹੈ? ਤਾਂ ਖਾਲਸਾ ਜੀ, ਗੁਰੂ ਨਾਨਕ ਸਾਹਿਬ ਦੇ ਘਰ ਦੀ ਮੁੱਖ ਪਰੰਪਰਾ ਹੈ ਭਗਤੀ ਪਰੰਪਰਾ। ਇਹਦੇ 'ਚ ਪਹਿਲਾਂ ਭਗਤੀ ਹੈ, ਗਿਆਨ ਬਾਅਦ ਵਿੱਚ ਹੈ। ਭਗਤੀ ਦੇ ਨਾਲ ਗਿਆਨ ਮਹਾਰਾਜ ਜੀ ਨੇ ਵਰਣਨ ਕੀਤਾ। ਕੱਲਾ ਖੁਸ਼ਕ ਗਿਆਨ ਜਿਹੜਾ ਹੈ ਉਹ ਤਾਂ ਭਾਈ ਭਗਤ ਕਾਨ੍ਹਾ ਵੀ ਲੈ ਕੇ ਆਇਆ ਸੀ। ਭਗਤ ਕਾਨ੍ਹਾ ਨੇ ਆਖਿਆ ਮਹਾਰਾਜ ਜੀ ਨੂੰ ਵੀ ਮੇਰੀ ਬਾਣੀ ਲਿਖੋ। ਮਹਾਰਾਜ ਜੀ ਕਹਿੰਦੇ ਬੋਲੋ। ਕਹਿੰਦਾ ਜਾਂ ਕੋ ਵੇਦ ਪੁਰਾਨਾ ਗਾਵੈ, ਖੋਜਤ ਖੋਜ ਨਾ ਕੋਈ ਰੇ, ਮੈਂ ਉਹੀ ਰੇ, ਮੈਂ ਉਹੀ ਰੇ। ਮਹਾਰਾਜ ਜੀ ਕਹਿੰਦੇ ਵੀ ਇਹ ਜਿਹੜਾ ਗਿਆਨ ਤੂੰ ਕਹਿੰਦਾ ਵੀ ਮੈਂ ਹੀ ਮੈਂ ਆ, ਮੈਂ ਬ੍ਰਹਮ ਆ, ਇਹ ਖੁਸ਼ਕ ਗਿਆਨ ਹੈ। ਅਸੀਂ ਜਿਹੜਾ ਗਿਆਨ ਦਿੱਤਾ ਆਪਣਿਆਂ ਸੇਵਕਾਂ ਨੂੰ ਭਗਤੀ ਨਾਲ ਲਵਰੇਜ ਕਰਕੇ ਦਿੱਤਾ ਹੈ। ਤੋ ਗੁਰੂ ਨਾਨਕ ਸਾਹਿਬ ਦੇ ਘਰ ਦੀ ਪਰੰਪਰਾ ਭਗਤੀ ਪਰੰਪਰਾ, ਪ੍ਰਮੁੱਖ ਭਗਤੀ ਪਰੰਪਰਾ ਹੈ। ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ, ਸਤਿਗੁਰੂ ਜੀ ਦੇ ਦਰਸ਼ਨ ਕਰਨੇ, ਮਹਾਰਾਜ ਜੀ ਦੀ ਪਰਿਕਰਮਾ ਕਰਨੀ, ਗੁਰੂਦੇਵ ਨੂੰ ਨਮਸਕਾਰ ਕਰਨੀ, ਅਦਬ ਸਤਿਕਾਰ ਸਹਿਤ ਗੁਰੂ ਘਰਾਂ ਵਿੱਚ ਸੇਵਾਵਾਂ ਨਿਭਾਉਣੀਆਂ, ਝਾੜੂ ਫੇਰਨਾ, ਬਰਤਨ ਮਾਂਜਣੇ, ਜੋੜੇ ਝਾੜਨੇ, ਇਹ ਸਾਰੀ ਭਗਤੀ ਪਰੰਪਰਾ ਦਾ ਹਿੱਸਾ ਹੈ। ਇਹਨੂੰ ਭਗਤੀ ਪਰੰਪਰਾ ਕਹਿੰਦੇ ਹੈ। ਤੋ ਖਾਲਸਾ ਜੀ, ਸਤਿਗੁਰੂ ਜੀ ਨੇ ਭਗਤੀ ਰੂਪੀ ਜਿਹੜੀ ਨਹਿਰ ਹੈ ਇਹਦਾ ਵਿਸਥਾਰ ਕੀਤਾ ਸਾਰੇ ਸੰਸਾਰ ਵਿੱਚ। ਜਹਾਂ ਤਹਾਂ ਪਸਰੀ ਬਰਬਾਰੀ। ਜਿੱਥੇ ਕਿੱਥੇ ਸ੍ਰੇਸ਼ਟ ਜਲ ਜਿਹੜਾ ਭਗਤੀ ਦਾ ਸਾਰੇ ਸੰਸਾਰ ਵਿੱਚ ਫੈਲਿਆ। ਵੱਡੇ ਭਾਗ ਤੇ
ਪ੍ਰਾਪਤ ਹੋਈ। ਕਵੀ ਸੰਤੋਖ ਸਿੰਘ ਸਿਮਰੇ ਸੋਈ। ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਭਗਤੀ ਹਰ ਇੱਕ ਨੂੰ ਨਹੀਂ ਮਿਲਦੀ, ਜਿਨ੍ਹਾਂ ਦੇ ਭਾਗ ਵੱਡੇ ਹੋਣ ਉਹਨਾਂ ਨੂੰ ਇਹ ਭਗਤੀ ਰੂਪੀ ਨਹਿਰ ਦੀ ਪ੍ਰਾਪਤੀ ਹੁੰਦੀ ਹੈ। ਤੇ ਮਹਾਕਵੀ ਜੀ ਕਹਿੰਦੇ ਮੈਂ ਆਪਣੇ ਐਸੇ ਸਾਹਿਬ ਨੂੰ ਸਿਮਰਦਾ ਹਾਂ ਜਿਨ੍ਹਾਂ ਦੀ ਕਿਰਪਾ ਨਾਲ, ਜਿਨ੍ਹਾਂ ਦੀ ਦਇਆ ਨਾਲ, ਜਿਨ੍ਹਾਂ ਦੀ ਮਿਹਰ ਨਾਲ ਇਹ ਭਗਤੀ ਰੂਪੀ ਨਹਿਰ ਦੀ ਪ੍ਰਾਪਤੀ ਹੁੰਦੀ ਹੈ। ਤੋ ਭਗਤੀ ਤੇ ਗਿਆਨ ਇਹ ਗੁਰੂ ਸਾਹਿਬ ਜੀ ਦੇ ਘਰ ਦੀਆਂ ਦੋ ਵਡਮੁੱਲੀਆਂ ਦਾਤਾਂ ਨੇ, ਭਗਤੀ ਔਰ ਗਿਆਨ। ਗੁਰੂ ਸਾਹਿਬ ਦੇ ਘਰ ਦੇ ਵਿੱਚ ਭਗਤੀ ਨਾਲ ਗਿਆਨ ਹੈ, ਕੱਲਾ ਫੋਕਾ ਗਿਆਨ ਨਹੀਂ। ਉਹ ਤਾਂ ਬੜੀਆਂ ਥਾਵਾਂ ਤੇ ਮਿਲ ਜਾਏਗਾ ਤੁਹਾਨੂੰ, ਬੜੀਆਂ ਕਿਤਾਬਾਂ ਮਿਲ ਜਾਣਗੀਆਂ ਗਿਆਨ ਦੀਆਂ, ਬੜੇ ਸ਼ਾਸਤਰ ਮਿਲ ਜਾਣਗੇ। ਸਤਿਗੁਰੂ ਜੀ ਨੇ ਗਿਆਨ ਭਗਤੀ ਦੇ ਨਾਲ ਮਿਲਾ ਕੇ ਦਿੱਤਾ ਹੈ। ਤੋ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ। ਦੋਹਰਾ ਸ਼੍ਰੀ ਗੁਰ ਚਰਨਨ ਧਿਆਨ ਤਰੋ, ਪ੍ਰੇਮ ਨੀਰ ਤੈ ਪਾਏ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਦਰਖਤ ਦੇ ਸਮਾਨ ਹੈ। ਉਸ ਦਰਖਤ ਨੂੰ ਮੈਂ ਪ੍ਰੇਮ ਰੂਪੀ ਜਲ ਦੇ ਨਾਲ ਸਿੰਚਦਾ ਹਾਂ। ਕਵਿਤਾ ਕੁਸਮ ਪ੍ਰਫੁੱਲਈ, ਸੁਫਲ ਅਰਥ ਸਮੁਦਾਈ। ਕਹਿੰਦੇ ਉਸ ਦਰਖਤ ਨੂੰ ਫੁੱਲ ਲੱਗਣਗੇ ਕਵਿਤਾ ਦੇ, ਫੁੱਲ ਲੱਗਣਗੇ ਕਵਿਤਾ ਦੇ, ਔਰ ਜਿਹੜਾ ਉਹ ਫੜੇਗਾ ਉਹ ਹੋਵੇਗਾ ਅਰਥਾਂ ਦੇ ਸਮੇਤ ਕਵਿਤਾ। ਇਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਜਿਹੜਾ ਮੈਂ ਹਿਰਦੇ 'ਚ ਵਸਾਇਆ, ਇਹ ਦਰਖਤ ਹੈ। ਇਹਨੂੰ ਪ੍ਰੇਮ ਰੂਪੀ ਜਲ ਨਾਲ ਸਿੰਚਿਆ, ਇਹਨੂੰ ਫਿਰ ਕਵਿਤਾ ਰੂਪੀ ਫਲ ਲੱਗਾ, ਜਿਹੜੀ ਕਵਿਤਾ ਮਹਾਕਵੀ ਜੀ ਲਿਖ ਰਹੇ ਨੇ। ਹਾਂਜੀ। ਸ੍ਰੀ ਬਾਲਾ ਸੰਧੂ ਆਚ ਪੁਚੰਗ ਪ੍ਰਿਆਤ ਛੰਦ, ਚਲੀ ਪੰਥ ਨਾਥੰ ਪਏ ਦੋਨ ਸਾਥਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜਗਤਨਾਥ ਪਾਤਸ਼ਾਹ ਜੀ ਚੱਲ ਪਏ ਨੇ, ਔਰ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਦੋਵੇਂ ਨਾਲ ਹਨ। ਦਇਆ ਸਿੰਧ ਰੂਰੀ ਪਨੇ ਗਿਆਨ ਗਾਥਾ। ਰਸਤੇ ਵਿੱਚ ਸਤਿਗੁਰੂ ਜੀ ਬੜੀ ਗਿਆਨ ਸੰਪੰਨ ਸੋਹਣੀ ਬਾਣੀ ਭਾਈ ਬਾਲੇ ਮਰਦਾਨੇ ਨਾਲ ਬਚਨ ਕਰਦਿਆਂ ਜਾ ਰਹੇ ਹਨ। ਗਏ ਤਾਮ ਲਾਲੋ ਗੋਬਿੰਦੰ ਮੁਕੰਦਾ। ਮੁਕਤੀ ਦਾਤੇ ਸਤਿਗੁਰਾਂ ਨੇ ਭਾਈ ਲਾਲੋ ਨੂੰ ਕਿਹਾ ਸੀ ਕਿ ਤੇਰੇ ਘਰ 1 ਮਹੀਨਾ ਰਵਾਂਗੇ। 25 ਦਿਨ ਰਹਿ ਕੇ ਸਤਿਗੁਰੂ ਜੀ ਆ ਗਏ ਸੀ, 5 ਦਿਨ ਹਾਲੇ ਰਹਿੰਦੇ ਸੀ। ਭਾਈ ਲਾਲੋ ਨੇ ਆਖਿਆ ਮਹਾਰਾਜ 25 ਦਿਨ ਹੋਇਆ, ਪੂਰਾ ਮਹੀਨਾ ਨਹੀਂ ਹੋਇਆ। ਸਤਿਗੁਰਾਂ ਆਖਿਆ ਤੇਰੇ ਨਾਲ ਬਚਨ ਕੀਤਾ, ਪੂਰਾ ਕਰਾਂਗੇ, 5 ਦਿਨ ਰਹਿੰਦੇ ਉਹ ਵੀ ਪੂਰੇ ਕਰਾਂਗੇ। ਤੋ ਸਤਿਗੁਰੂ ਜੀ ਨੇ ਆਪਣਾ ਉਹ ਬਚਨ ਪੂਰਿਆਂ ਕਰਨ ਲਈ ਚੱਲ ਕੇ ਏਮਨਾਬਾਦ ਵਿਖੇ ਭਾਈ ਲਾਲੋ ਦੇ ਘਰ ਆਏ। ਕਰੀ ਬੰਦਨਾਏਰ ਬਾਡਿਓ ਆਨੰਦਾ। ਭਾਈ ਲਾਲੋ ਨੇ ਸਤਿਗੁਰਾਂ ਨੂੰ ਵੇਖ ਕੇ ਦਰਸ਼ਨ ਕਰਕੇ ਬੜੇ ਪਿਆਰ ਨਾਲ ਆਨੰਦ ਸਹਿਤ ਮੱਥਾ ਟੇਕਿਆ, ਬੜਾ ਖੁਸ਼ ਹੋਇਆ। ਦਸਾਇੰ ਪ੍ਰਯੰਕੰ ਬਸਾਏ ਹੁਲਾਸੰ। ਬੜਾ ਸੋਹਣਾ ਪਲੰਘਾ ਢਾ ਕੇ ਬੜੀ ਖੁਸ਼ੀ ਨਾਲ, ਬੜੇ ਚਾਅ ਨਾਲ ਸਤਿਗੁਰਾਂ ਨੂੰ ਬਿਠਾਇਆ। ਮਨੋ ਪਾਨ ਕੀਨੰ ਆਮੀ ਪੂਰ ਪਿਆਸੰ। ਮਾਨੋ ਜਨਮਾਂ ਜਨਮਾਂ ਦੇ ਪਿਆਸੇ ਨੇ ਸਤਿਗੁਰਾਂ ਦੇ ਦਰਸ਼ਨ ਰੂਪੀ ਅੰਮ੍ਰਿਤ ਨੂੰ ਪੀਤਾ। ਰਾਏ ਪੰਜ ਰਹਿਣਾ ਚਲੇ ਫੇਰ ਆਗੇ। 5 ਦਿਨ 5 ਰਾਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਭਾਈ ਲਾਲੋ ਦੇ ਘਰ ਰਹੇ, ਫਿਰ ਇੱਥੋਂ ਵਿਦਾ ਹੋ ਕੇ ਚੱਲੇ ਹਨ। ਲਏ ਨਾਮ ਜਾਂ ਕੇ ਵੱਡੇ ਪਾਪ ਭਾਗੇ। ਐਸੇ ਸਤਿਗੁਰੂ ਜੀ ਜਿਨ੍ਹਾਂ ਦਾ ਨਾਂ ਲਿਆ ਪਾਪ ਨਸ ਜਾਂਦੇ ਐ, ਜਿਨ੍ਹਾਂ ਦਾ ਨਾਂ ਲੈ ਕੇ ਪਾਪ ਨਸ਼ਟ ਭ੍ਰਸ਼ਟ ਹੋ ਜਾਂਦੇ। ਜਦੋਂ ਰਸਨਾ ਤੋਂ ਕਹੀਏ ਧੰਨ 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 ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਇਹ ਕਹਿੰਦੇ ਹੀ ਪਾਪ ਨਾਸ ਹੋ ਜਾਂਦੇ ਹਨ। ਪਦੰ ਬੰਦ ਲਾਲੋ ਗਇਓ ਦੂਰ ਸੰਗੰ। ਭਾਈ ਲਾਲੋ ਨੇ ਮਹਾਰਾਜ ਜੀ ਦੇ ਨਾਲ ਨਾਲ ਹੀ ਜਾਣਾ ਕੀਤਾ, ਦੂਰ ਤੱਕ ਵਿਦਾ ਕਰਨ ਵਾਸਤੇ ਨਾਲ ਗਿਆ। ਮੋਰੇ ਨਾ ਕਰੰ ਪ੍ਰੇਮ ਪੂਰੰ ਉਮੰਗੰ। ਭਾਈ ਲਾਲੋ ਦਾ ਮਨ ਨਹੀਂ ਕਰਦਾ ਮੁੜ ਕੇ ਘਰ ਵਾਪਸ ਆਉਣ ਨੂੰ, ਚਿੱਤ ਕਰਦਾ ਸਤਿਗੁਰੂ ਜੀ ਦੇ ਨਾਲ ਨਾਲ ਹੀ ਟੁਰਿਆ ਜਾਵਾਂ। ਪਨਿਓ ਬਾਰ ਬਾਰੰ ਮੁਰਿਓ ਤਾਮ ਆਯੰ।
ਸਤਿਗੁਰੂ ਜੀ ਨੇ ਬਾਰ-ਬਾਰ ਕਹਿ ਕੇ ਭਾਈ ਲਾਲੋ ਨੂੰ ਵਾਪਸ ਮੋੜਿਆ। ਭਾਈ ਲਾਲੋ ਜੀ ਚੱਲ ਕੇ ਵਾਪਸ ਘਰ ਆਏ। ਰਿਦੇ ਮੈਂ ਗੁਰੂ ਰੂਪ ਤੈ ਸੰਗ ਬਸਾਇੰ। ਸੋਹਣੇ ਰੂਪ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੂੰ ਭਾਈ ਲਾਲੋ ਨੇ ਆਪਣੇ ਹਿਰਦੇ 'ਚ ਜਿਉਂ ਕਾ ਤਿਉਂ ਵਸਾਇਆ ਜਿਵੇਂ ਦਰਸ਼ਨ ਕੀਤੇ ਹਨ। ਜਹਾਂ ਦੇਸ਼ ਮੰਤਰੰ ਟਾਕਾ ਬੰਗਾਲਾ। ਸਤਿਗੁਰੂ ਜੀ ਨੇ ਬਚਨ ਕੀਤਾ ਭਾਈ ਬਾਲੇ ਮਰਦਾਨੇ ਨੂੰ, ਆਪਾਂ ਬੰਗਾਲ ਦੀ ਯਾਤਰਾ ਨੂੰ ਚੱਲੀਏ। ਢਾਕੇ ਦੇ ਇਲਾਕੇ ਦੇ ਵਿੱਚ, ਬੰਗਾਲ ਦੇ ਇਲਾਕੇ ਵਿੱਚ ਚੱਲੀਏ ਜਿੱਥੇ ਮੰਤਰਾਂ ਦਾ ਦੇਸ਼ ਹੈ। ਤਾਹਾਂ ਕੋ ਚਲੇ ਪ੍ਰਾਕ ਦੀਨੰ ਦਿਆਲਾ। ਦੀਨਾਂ ਤੇ ਦਇਆ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬੰਗਾਲ ਦੀ ਯਾਤਰਾ ਨੂੰ ਚੱਲ ਪਏ ਨੇ, ਜਿਸ ਬੰਗਾਲ ਦੇ ਵਿੱਚ ਬੜੇ ਬੜੇ ਮੰਤਰ ਪੜਨ ਵਾਲੇ ਤਾਂਤਰਿਕ ਲੋਕ ਰਹਿੰਦੇ ਸਨ। ਗਤੀ ਮੰਦ ਮੰਦੰ ਪਦੰ ਪੰਥ ਪਾਵੇਂ। ਸਹਿਜੇ ਸਹਿਜੇ ਮਹਾਰਾਜ ਜੀ ਟੁਰਦੇ ਜਾਂਦੇ ਹਨ, ਲੰਮਾ ਪੈਂਡਾ ਹੈ। ਸਹਿਜੇ ਸਹਿਜੇ ਪਾਤਸ਼ਾਹ ਜੀ ਕਦਮਾਂ ਨਾਲ ਟਹਿਲਦੇ ਜਾ ਰਹੇ ਹਨ। ਬਸੇ ਰਹਿਨ ਮਾਈ ਚਲੇ ਦਿਓਸ ਜਾਵੇਂ। ਜਿੱਥੇ ਰਾਤ ਪੈਂਦੀ ਆ ਉੱਥੇ ਟਿਕ ਜਾਂਦੇ ਨੇ, ਜਿੱਥੇ ਦਿਨ ਚੜ੍ਹਦਾ ਉੱਥੋਂ ਅੱਗੇ ਟੁਰ ਪੈਂਦੇ ਹਨ। ਇਸੀ ਪਾਤ ਬੀਤੇ ਜਬੇ ਦਿਓਸ ਤੀਨੰ। ਏਦਾਂ ਤਕਰੀਬਨ 3 ਕੁ ਦਿਨ ਬੀਤੇ ਚਲਦਿਆਂ ਚਲਦਿਆਂ। ਆਹਾਰੰ ਕੇ ਸੂਥਾਨ ਲੀਨੰ ਨਾ ਕੀਨੰ। ਕਹਿੰਦੇ ਚੱਲੇ ਨੇ, ਬੜਾ ਪੈਂਡਾ ਤੈਅ ਹੋ ਗਿਆ। ਇੱਕ ਦਿਨ 3 ਦਿਨ ਲਗਾਤਾਰ ਟੁਰਦਿਆਂ ਹੋ ਗਏ, ਚਲਦਿਆਂ ਹੋ ਗਏ, ਤੇ 3 ਦਿਨਾਂ ਵਿੱਚ ਨਾ ਭੋਜਨ ਛਕਿਆ ਸਤਿਗੁਰਾਂ ਨੇ, ਤੇ ਨਾ ਭਾਈ ਬਾਲੇ ਤੇ ਨਾ ਮਰਦਾਨੇ। 3 ਦਿਨ ਬੀਤ ਗਏ, 3 ਦਿਨਾਂ ਦੇ ਵਿੱਚ ਭੋਜਨ ਨਹੀਂ ਛਕਿਆ। ਛੁਦਾ ਹੈ ਨਾ ਮੋਕੋ ਗੁਰੂ ਤੀਰ ਦੀਨੰ। ਭਾਈ ਬਾਲਾ ਜੀ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਸਤਿਗੁਰਾਂ ਨੇ ਕੀ ਸੰਤੋਖ ਦੇ ਦਿੱਤਾ ਵੀ ਮੈਨੂੰ ਭੁੱਖ ਨਹੀਂ ਲੱਗੀ। ਭਾਈ ਬਾਲਾ ਜੀ ਕਹਿੰਦੇ ਮੈਨੂੰ ਭੁੱਖ ਨਹੀਂ ਵਿਆਪੀ। 3 ਦਿਨ ਕਹਿੰਦੇ ਬੀਤ ਗਏ, ਮੈਨੂੰ ਭੁੱਖ ਨਹੀਂ ਲੱਗੀ। ਆਨੰਦੰ ਦਿਨੰ ਰਹਿਨ ਸ਼ੋਕੰ ਬਹੀਨੰ। ਕਹਿੰਦੇ ਰਾਤ ਦਿਨ ਆਨੰਦ 'ਚ ਹੀ ਰਿਹਾ, ਨਾ ਕੋਈ ਸ਼ੋਕ, ਨਾ ਕੋਈ ਭੁੱਖ, ਨਾ ਕੋਈ ਤ੍ਰੇ। ਦੋਹਰਾ ਛੁਦਾ ਲਗੀ ਵਿਆਕੁਲ ਪਇਓ ਮਰਦਾਨਾ ਅਕੁਲਾਏ। ਪਰ ਇਧਰ ਭੁੱਖ ਦੇ ਨਾਲ ਭਾਈ ਮਰਦਾਨਾ ਜੀ ਵਿਆਕੁਲ ਨੇ। 3 ਦਿਨ ਬੀਤ ਗਏ ਨੇ ਭਾਈ ਮਰਦਾਨੇ ਨੂੰ, ਭੁੱਖ ਦੇ ਨਾਲ ਆਂਦਰਾਂ ਸੁੱਟ ਰਹੀਆਂ ਨੇ, ਭੁੱਖੀਆਂ ਨੇ ਤੇ ਬਹੁਤ ਜ਼ਿਆਦਾ ਵਿਆਕੁਲ ਹਨ। ਸਮਿਤ ਹਿਤ ਕਾਰਨ ਕਰਨ ਤੈਂ ਔਰ ਭੂਖ ਲਗਾਏ। ਸਤਿਗੁਰੂ ਜੀ ਬਿਲਾਸ ਕਰਨ ਵਾਸਤੇ ਨਾ ਮਰਦਾਨੇ ਨੂੰ ਭੁੱਖ ਲਾ ਦਿੱਤੀ ਆਪ ਹੀ ਸਤਿਗੁਰਾਂ ਨੇ। ਜਦੋਂ ਭਾਈ ਮਰਦਾਨੇ ਨੂੰ ਭੁੱਖ ਲੱਗਦੀ ਸਤਿਗੁਰੂ ਜੀ ਲਾਉਂਦੇ। ਕੋਈ ਬਿਲਾਸ ਕਰਨਾ ਹੁੰਦਾ, ਕੋਈ ਬਚਨ ਕਰਨਾ ਹੁੰਦਾ, ਮਹਾਰਾਜ ਜੀ ਨੇ ਕੋਈ ਖੇਡ ਵਰਤਾਣੀ ਹੁੰਦੀ। ਇਹ ਤਾਂ 3 ਦਿਨ ਹੋ ਗਏ ਨੇ, 2 ਦਿਨ ਪਹਿਲਾਂ ਵੀ 1 ਦਿਨ ਬੀਤਿਆਂ ਵੀ ਲਾ ਸਕਦੇ ਸੀ। ਅੱਜ ਲਾਈ ਭੁੱਖ, ਤੇ ਮਹਾਰਾਜ ਜੀ ਆਸ ਰਸ ਕਰਨ ਵਾਸਤੇ ਭਾਈ ਮਰਦਾਨੇ ਨੂੰ ਇਉਂ ਭੁੱਖ ਲਾਈ। ਸਵਈਆ ਪੂਰ ਛੁਦਾ ਖਿਜ ਹੈ ਮਨ ਮੈਂ। ਭਾਈ ਮਰਦਾਨੇ ਨੂੰ ਬਹੁਤ ਭੁੱਖ ਲੱਗੀ ਤੇ ਖਿਜਿਆ ਹੋਇਆ ਮਨ 'ਚ। ਕੁਛ ਪਾਖਤ ਨਾ ਮੁਖ ਤੇ ਮਰਦਾਨਾ। ਭਾਈ ਮਰਦਾਨਾ ਜੀ ਮੂੰਹੋਂ ਕੁਝ ਬੋਲਦੇ ਨਹੀਂ ਹਨ, ਬੜੇ ਖਿਜੇ ਹੋਏ ਨੇ ਤੇ ਮੁਖੋਂ ਕੁਝ ਨਹੀਂ ਕਹਿੰਦੇ। ਓਜ ਬਹੀਨ ਸਰੀਰ ਆਤੀਰ। ਦੇਖਿਆ ਸਰੀਰ 'ਚ ਬਲ ਨਹੀਂ ਹੈ, ਭੁੱਖ ਦੇ ਨਾਲ ਪ੍ਰਾਣ ਨਿਕਲਦੇ ਜਾਂਦੇ ਨੇ। ਪਾਇਓ ਸਿਥਲੰ ਦੇ ਦੁੱਖ ਮਾਨਾ। ਸਰੀਰ ਬੜਾ ਸਿਥਿਲ ਕਮਜ਼ੋਰ ਹੋ ਗਿਆ। 3 ਦਿਨ ਹੋ ਗਏ ਨੇ, ਫਿਰ ਟੁਰੀ ਜਾਂਦੇ ਆ ਭੁੱਖ ਦੇ ਨਾਲ, ਤੋ ਸਰੀਰ ਵੀ ਕਮਜ਼ੋਰ ਹੋਇਆ ਹੋਇਆ। ਹਿਰਦੇ 'ਚ ਬਹੁਤ ਦੁਖੀ ਨੇ ਭਾਈ ਮਰਦਾਨਾ ਜੀ। ਸੰਗਤ ਕਿਉਂ ਨਿਭੈ ਇਨ ਕੀ। ਮਨ ਹੀ ਮਨ ਸੋਚਦੇ ਵੀ ਮੈਂ ਇਹਨਾਂ ਨਾਲ ਕਿਵੇਂ ਨਿਭਾਵਾਂਗਾ, ਹਾਲੇ ਤੇ ਕੁਝ ਸਮਾਂ ਹੀ ਹੋਇਆ, ਕਿਵੇਂ ਨਿਭੇਗੀ ਮੇਰੀ ਇਹਨਾਂ ਦੇ ਨਾਲ। ਮੁਖ ਖਾਤ ਆਹਾਰ ਨਾ ਪਾਨ ਨਾ ਪਾਨਾ। ਇਹ ਤਾਂ ਨਾ ਭੋਜਨ ਛਕਦੇ ਐ ਤੇ ਨਾ ਹੀ ਜਲ ਛਕਦੇ ਨੇ, ਨਾ ਇਹਨਾਂ ਨੂੰ ਪਾਣੀ ਦੀ ਇੱਛਾ, ਨਾ ਇਹਨਾਂ ਨੂੰ ਅੰਨ ਦੀ ਇੱਛਾ। ਹੋ ਇਹ ਪਾਤ ਮਰੋ ਕਹਿ ਥਾਨ। ਮੈਨੂੰ ਤਾਂ ਜਾਪਦਾ ਵੀ ਮੈਂ ਇਦਾਂ ਹੀ ਕਿਤੇ ਨਾ ਕਿਤੇ ਇਦਾਂ ਜੰਗਲਾਂ ਵਿੱਚ ਜਿੱਥੇ ਲਈ ਫਿਰਦੇ ਨੇ ਸਤਿਗੁਰੂ ਜੀ, ਕਿਤੇ ਭੋਜਨ ਤੋਂ ਬਿਨਾਂ ਇੱਥੇ ਹੀ ਮੇਰੇ ਪ੍ਰਾਣ ਮੁੱਕ ਜਾਣੇ ਐ।
ਇੱਥੇ ਇਹਨਾਂ ਨੇ ਮੈਨੂੰ ਸੁੱਟ ਸੱਟ ਕੇ ਚਲਿਆ ਜਾਣਾ, ਖਬਰੇ ਕਫਨ ਦਫਨ ਦਾ ਵੀ ਪ੍ਰਬੰਧ ਹੋਵੇ ਕਿ ਨਾ ਹੋਵੇ। ਭਾਈ ਮਰਦਾਨਾ ਜੀ ਉਹ ਮਨ 'ਚ ਸੋਚੀ ਜਾਂਦੇ ਹਨ। ਬਹੀਨ ਆਹਾਰ ਰਾਹੀਂ ਉਦਿਆਨਾ। ਇੱਥੇ ਜੇ ਜੰਗਲਾਂ ਦੇ ਵਿੱਚ ਏਦਾਂ ਫਿਰਾਂਗੇ ਭੋਜਨ ਤੋਂ ਬਿਨਾਂ ਤੇ ਕਿਤੇ ਨਾ ਕਿਤੇ ਭੋਜਨ ਬਿਨਾਂ ਪ੍ਰਾਣ ਨਿਕਲਣਗੇ। ਸ਼੍ਰੀ ਗੁਰੂ ਜੀ ਤੈ ਅੰਤਰ ਕੀ ਗਤ। ਸਤਿਗੁਰੂ ਜੀ ਮਰਦਾਨਾ ਜੀ ਜੋ ਸੋਚ ਰਹੇ ਨੇ ਨਾ ਮਨ 'ਚ, ਸਤਿਗੁਰੂ ਜੀ ਜੋ ਸੁਣ ਰਹੇ ਨੇ ਉਹ ਸੋਚ ਰਹੇ ਆ, ਸਤਿਗੁਰੂ ਜੀ ਨੂੰ ਸੁਣਾਈ ਦੇ ਰਿਹਾ। ਅੰਤਰਯਾਮੀ ਸਤਿਗੁਰੂ ਜੀ ਮਹਾਰਾਜ ਜੀ ਕੋਲੋਂ ਬੋਲੇ, ਜਾਣਨ ਹਾਰ ਸਭੇ ਬਿਦ ਜਾਨਾ। ਜੋ ਜਾਣੀ ਜਾਣ ਨੇ ਸਾਰੀਆਂ ਵਿਧੀਆਂ ਨੂੰ ਜਾਣਨ ਵਾਲੇ ਹਨ। ਆਨਨ ਸੋ ਮੁਸਕਾਵਤ ਮੰਦ। ਸਤਿਗੁਰੂ ਜੀ ਹੌਲੇ ਜੀ ਮੁਸਕਰਾ ਕੇ ਨਾ ਚਿਹਰੇ ਵਿੱਚੋਂ ਮਹਾਰਾਜ ਜੀ ਬੁੱਲੀਆਂ 'ਚ ਥੋੜਾ ਜਿਹਾ ਮੁਸਕਰਾ ਕੇ ਗਰੀਬ ਨਵਾਜ ਬਿਲੋਕਤ ਦੇਤੇ ਆਨੰਦ ਕੋ ਦਾਨਾ। ਮਰਦਾਨੇ ਵੱਲ ਵੇਖਦੇ ਆ, ਨਾਲੇ ਮੁਸਕਰਾਉਂਦੇ ਆ ਤੇ ਆਨੰਦ ਕਰਦਿਆਂ ਹੋਇਆਂ ਮਹਾਰਾਜ ਜੀ ਵੇਖ ਕੇ ਮਰਦਾਨੇ ਵੱਲ। ਬੈਨ ਪਾਨੇ ਰਸ ਹਾਸ ਵਿਖੇ। ਆਸ ਰਸ ਵਿੱਚ ਮਹਾਰਾਜ ਮਰਦਾਨੇ ਨਾਲ ਆਸ ਰਸ ਕਰ ਲਿਆ ਕਰਦੇ ਸੀ ਤੇ ਪਾਤਸ਼ਾਹ ਜੀ ਨੇ ਬੜੇ ਹਾਸ ਰਸ ਵਿੱਚ ਭਾਈ ਮਰਦਾਨੇ ਨੂੰ ਆਖਿਆ, ਤੁਮਰੀ ਸੁਧ ਕਿਆ ਕਹੀਏ ਮਰਦਾਨਾ। ਮਹਾਰਾਜ ਜੀ ਕਹਿੰਦੇ ਮਰਦਾਨਿਆ ਮਨ 'ਚ ਤਾਂ ਬੜਾ ਕੁਝ ਬੋਲਦਾ ਹੈ ਤੇ ਮੂੰਹ ਨਹੀਂ ਬੋਲਦਾ ਕੁਝ, ਕੀ ਗੱਲ ਹੈ? ਠੀਕ ਠਾਕ ਹੈ, ਰਾਜੀ ਖੁਸ਼ੀ ਤਾਂ ਹੈ? ਸਤਿਗੁਰੂ ਜੀ ਏਦਾਂ ਨਾਲੇ ਹੱਸਦੇ ਨਾਲੇ ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਮਨ 'ਚ ਬੜੀਆਂ ਗੱਲਾਂ ਕਰਦਾ ਹੈ ਤੇ ਮੂੰਹੋਂ ਨਹੀਂ ਕੁਝ ਬੋਲਦਾ। ਹਾਂ ਬਈ ਰਾਜੀ ਖੁਸ਼ੀ ਹੈ, ਠੀਕ ਠਾਕ ਹੈ, ਏਦਾਂ ਪੁੱਛਿਆ। ਤੂਸ਼ਨ ਕੀਨ ਚਲੇ ਗਤ ਦੀਨ। ਇਹ ਕਹਿ ਕੇ ਮਹਾਰਾਜ ਚੁੱਪ ਕਰ ਗਏ ਤੇ ਫਿਰ ਉਸੇ ਤਰ੍ਹਾਂ ਚੱਲ ਪਏ। ਉਹ ਤੋ ਕਮਲਾਨਨ ਸੋ ਕੋਮਲਾਨਾ। ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ, ਕਹਿੰਦੇ ਮਰਦਾਨਿਆ ਤੇਰਾ ਚਿਹਰਾ ਬੜਾ ਖਿੜਿਆ ਹੋਇਆ ਸੀ ਕਮਲ ਦੇ ਫੁੱਲ ਵਾਂਗੂ ਤੇ ਹੁਣ ਏਦਾਂ ਮੁਰਝਾ ਜਿਹਾ ਗਿਆ ਚਿਹਰਾ ਤੇਰਾ ਮੁਖ, ਵੀ ਕੀ ਗੱਲ ਹੈ? ਅੱਜ ਤੇਰੇ ਚਿਹਰੇ ਤੇ ਖੇੜਾ ਨਜ਼ਰ ਨਹੀਂ ਆਉਂਦਾ। ਤੂੰ ਜਗਤੇਸ਼ਵਰ ਸ਼੍ਰੀ ਪਰਮੇਸ਼ਵਰ। ਸੁਣ ਕੇ ਭਾਈ ਮਰਦਾਨਾ ਜੀ ਬੋਲੇ, ਮਹਾਰਾਜ ਤੁਸੀਂ ਹੋ ਜਗਤੇਸ਼ਵਰ, ਤੁਸੀਂ ਹੋ ਪਰਮੇਸ਼ਵਰ। ਵਿਆਪੇ ਭੁੱਖ ਪਿਆਸ ਨਾ ਥੋਰੀ। ਮਹਾਰਾਜ ਨਾ ਤੁਹਾਨੂੰ ਭੁੱਖ ਵਿਆਪਦੀ ਹੈ ਤੇ ਨਾ ਹੀ ਤੁਹਾਨੂੰ ਪਿਆਸ ਵਿਆਪਦੀ ਹੈ। ਭੋਜਨ ਕੀਨਹਿ ਚਾਹੇ ਕਬੇ। ਮਹਾਰਾਜ ਤੁਹਾਨੂੰ ਭੋਜਨ ਦੀ ਕੋਈ ਕਦੇ ਇੱਛਾ ਹੀ ਨਹੀਂ ਹੁੰਦੀ, ਤੁਹਾਨੂੰ ਭੋਜਨ ਦੀ ਕਦੇ ਕੋਈ ਕਾਂਖਾ ਨਹੀਂ ਹੁੰਦੀ। ਮਗ ਸੰਗਤ ਕਿਉ ਨਿਭ ਹੈ ਅਬ ਤੋਰੀ। ਮਹਾਰਾਜ ਜੀ ਤੁਹਾਡੇ ਨਾਲ ਮੇਰੀ ਸੰਗਤ ਕਿਵੇਂ ਨਿਭੇਗੀ? ਮਹਾਰਾਜ ਕਿਵੇਂ ਤੁਹਾਡੇ ਨਾਲ ਮੇਰਾ ਨਿਭਾਓ ਹੋਵੇਗਾ? ਬਾਸੁਰ ਤੀਨ ਬਤੀਤ ਪਾਏ। ਮਹਾਰਾਜ 3 ਦਿਨ ਬੀਤ ਗਏ, ਤੁਹਾਨੂੰ ਪਤਾ, ਤੁਸੀਂ ਜਾਣਦੇ ਹੋ ਕਿ 3 ਦਿਨ ਬੀਤ ਗਏ ਨੇ। ਬਿਨ ਅੰਨ ਬਿਆਕੁਲ ਹੈ ਗਤ ਮੋਰੀ। 3 ਦਿਨਾਂ ਦੇ ਵਿੱਚ ਅੰਨ ਦਾ ਇੱਕ ਦਾਣਾ ਮੇਰੇ ਮੁਖ ਵਿੱਚ ਨਹੀਂ ਗਿਆ। ਮਹਾਰਾਜ ਭੁੱਖ ਦੇ ਨਾਲ ਅੰਨ ਤੋਂ ਬਿਨਾਂ ਮੇਰੀ ਹਾਲਤ ਵਿਆਕੁਲ ਹੋ ਰਹੀ ਹੈ। ਅੰਤਕ ਓਕਸ ਸ਼ੋਕ ਆਰੋਗੀ। ਮਹਾਰਾਜ ਜੀ ਇਉਂ ਜਾਪਦਾ ਵੀ ਹੁਣ ਬਸ ਜੰਮ ਦੇ ਘਰ ਹੀ ਜਾਵਾਂਗੇ ਸ਼ੋਕ ਦੇ ਸਹਿਤ। ਮੈਨੂੰ ਇਉਂ ਜਾਪਦਾ ਕਿ ਹੁਣ ਜੰਮ ਦੇ ਘਰ ਹੀ ਜਾਣਾ ਪਵੇਗਾ। ਜਾਵੇਂਗੇ ਮਮ ਪ੍ਰਾਨਿਆ ਚੋਰੀ। ਲੋਕ ਤਾਂ ਕੋਈ ਬਿਮਾਰੀ ਬਮੂਰੀ ਨਾਲ ਮਰਦੇ ਆ ਮਹਾਰਾਜ, ਕਿਸੇ ਨੂੰ ਕੋਈ ਰੋਗ ਹੋ ਜਾਏ, ਬਿਮਾਰੀ ਹੋ ਜਾਏ ਤੇ ਮਰਦੇ ਆ। ਮਹਾਰਾਜ ਮੈਂ ਤਾਂ ਚੰਗਾ ਭਲਾ ਭੁੱਖਾ ਹੀ ਮਰਾਂਗਾ, ਮੈਨੂੰ ਜਾਪਦਾ ਅਰੋਗ ਹੀ ਜਾਵਾਂਗੇ ਮਮ ਪ੍ਰਾਨਿਆ ਚੋਰੀ। ਮਹਾਰਾਜ ਅਰੋਗ ਹੀ, ਬਿਮਾਰੀ ਵੀ ਕੋਈ ਨਹੀਂ ਮਹਾਰਾਜ ਮੈਨੂੰ ਕੋਈ, ਚੰਗਾ ਭਲਾ ਮਹਾਰਾਜ ਇਦਾਂ ਹੀ ਲੱਗਦਾ ਭੁੱਖ ਦੇ ਨਾਲ ਮੇਰੇ ਪ੍ਰਾਣ ਜਾਣਗੇ, ਮੈਂ ਜੰਮ ਦੇ ਘਰ ਨੂੰ ਜਾਵਾਂਗਾ। ਬਿਗਸੇ ਸੁਨ ਬੈਨ ਗੁਰੂ ਗੁਣ ਐਨ। ਸਤਿਗੁਰੂ ਜੀ ਨੇ ਜਦੋਂ ਭਾਈ ਮਰਦਾਨੇ ਦੀ ਬੇਨਤੀ ਸੁਣੀ ਤੇ ਮਹਾਰਾਜ ਜੀ ਹੱਸ ਪਏ ਖਿੜਖੜਾ ਕੇ, ਹੱਸ ਕੇ ਮੁਸਕਰਾ ਕੇ ਗਰੀਬ ਨਵਾਜ ਸਤਿਗੁਰੂ ਜੀ। ਦਇਆ ਜੇ ਨੈਣ ਰਹੀ ਛਬ ਛਾਈ। ਜਿਨ੍ਹਾਂ ਦੇ ਨੇਤਰਾਂ ਵਿੱਚ ਦਇਆ ਛਾਈ ਹੋਈ ਹੈ, ਜਿਨ੍ਹਾਂ ਦੇ ਨੇਤਰਾਂ 'ਚ ਦਇਆ ਹੈ, ਪਾਤਸ਼ਾਹ ਜੀ ਨੇ ਭਾਈ ਮਰਦਾਨੇ ਵੱਲ ਤੱਕਿਆ ਤੇ ਬੋਲੇ, ਤੁਝ ਕੋ ਮ੍ਰਿਤੂ ਹੋਵਨ ਦੇਹ ਨਹੀਂ। ਮਹਾਰਾਜ ਜੀ ਕਹਿੰਦੇ ਮਰਦਾਨਿਆ ਭੁੱਖ ਦੇ ਨਾਲ ਤੇਰੀ ਮੌਤ ਨਹੀਂ ਹੋਣ ਦਿਆਂਗੇ। ਪਾਤਸ਼ਾਹ ਕਹਿੰਦੇ
ਭੁੱਖ ਦੇ ਨਾਲ ਨਹੀਂ ਤੈਨੂੰ ਮਰਨ ਦੇਣ ਲੱਗੇ। ਮਰ ਜਾਵੇਂ ਜੇ ਤਬ ਲੇਹ ਜੀਵਾਈ। ਮਰਦਾਨਿਆ ਤੇਰੇ ਨਾਲ ਬਚਨ ਕਰਦੇ ਆ, ਜੇ ਤੂੰ ਕਿਤੇ ਭੁੱਖ ਨਾਲ ਮਰ ਵੀ ਗਿਆ ਨਾ ਤੇ ਅਸੀਂ ਤੈਨੂੰ ਫਿਰ ਜਵਾ ਲਵਾਂਗੇ, ਤੇਰੇ ਪ੍ਰਾਣ ਵਾਪਸ ਲੈ ਆਵਾਂਗੇ, ਤੈਨੂੰ ਭੁੱਖ ਨਾਲ ਨਹੀਂ ਮਰਨ ਦਿਆਂਗੇ। ਤੈਂ ਆਕ ਕੋ ਬੂਟ ਵੀ ਲੋਕ ਵਾਡੋ। ਸਤਿਗੁਰੂ ਸੱਚੇ ਪਾਤਸ਼ਾਹ ਨੇ ਵੇਖਿਆ ਇੱਕ ਅੱਕ ਦਾ ਬੂਟਾ ਬੜਾ ਵੱਡਾ ਲੱਗਾ ਹੋਇਆ। ਖਾਲਸਾ ਜੀ ਇਹ ਇਤਿਹਾਸਕ ਸਥਾਨ ਹੈ। ਕੁਝ ਸਮਾਂ ਹੋਇਆ, ਤਕਰੀਬਨ 7-8 ਮਹੀਨੇ ਪਹਿਲਾਂ ਅਸੀਂ ਦਰਸ਼ਨ ਕਰਕੇ ਆਏ ਰਾਜਸਥਾਨ ਵਿੱਚ, ਜੈਸਲਮੇਰ ਦੇ ਨੇੜੇ ਪੋਖਰਨ ਇੱਕ ਬੜਾ ਵੱਡਾ ਇਲਾਕਾ ਹੈ। ਪੋਖਰਨ ਬੜਾ ਪ੍ਰਸਿੱਧ ਵੀ ਹੈ। ਕਿਸੇ ਸਮੇਂ ਉੱਥੇ ਪਰਮਾਣੂ ਪ੍ਰੀਖਣ ਹੋਇਆ ਸੀ ਹਿੰਦੁਸਤਾਨ ਵੱਲੋਂ, ਤੇ ਉਹ ਪੋਖਰਨ ਮੀਲਾਂ ਤਾਈਂ ਉਜਾੜ ਹੀ ਉਜਾੜ ਹੈ। ਹੁਣ ਵੀ ਤੁਸੀਂ ਜਾਓ ਨਾ, ਉਜਾੜ ਹੀ ਦਿਸੇਗਾ, ਨੇੜੇ ਤੇੜੇ ਕੋਈ ਪਿੰਡ ਨਹੀਂ ਦਿਸਦਾ, ਦੂਰ ਦੂਰ ਤੱਕ ਉਜਾੜ ਹੈ। ਤੇ ਪੋਖਰਨ ਸ਼ਹਿਰ ਹੈ ਇੱਕ ਛੋਟਾ ਜਿਹਾ, ਤੇ ਹੁਣ ਵੀ ਉੱਥੇ ਜਾਓ ਸੱਜੇ ਖੱਬੇ ਅੱਕ ਦੇ ਬੂਟੇ ਬੜੇ ਮਿਲਣਗੇ, ਜਿਵੇਂ ਵੱਡੇ ਵੱਡੇ ਦਰਖਤ ਹੁੰਦੇ ਆ ਏਡੇ ਏਡੇ ਵੱਡੇ ਆਕਾਰ ਦੇ ਅੱਕ ਦੇ ਬੂਟੇ ਆ। ਤੇ ਉੱਥੇ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ, ਜਿੱਥੇ ਮਹਾਰਾਜ ਜੀ ਨੇ ਚੋਜ ਵਰਤਾਇਆ। ਉਹ ਅੱਕ ਦੀਆਂ ਜਿਹੜੀਆਂ ਅੰਬੀਆਂ ਜੀਆਂ ਲੱਗੀਆਂ, ਜਿਹਨੂੰ ਆਪਾਂ ਖੱਖੜੀਆਂ ਵੀ ਕਹਿ ਦਿੰਦੇ ਆ, ਉਹ ਜਿਹੜੀ ਲੀਲਾ ਮਹਾਰਾਜ ਜੀ ਨੂੰ ਮਿੱਠੀਆਂ ਕਰਕੇ ਭਾਈ ਮਰਦਾਨੇ ਨੂੰ ਚਕਾਈਆਂ ਸੀ, ਉੱਥੇ ਉਹ ਸਥਾਨ ਹੈ। ਸੁਭਾਏਮਾਨ ਹੈ, ਬੜਾ ਸੋਹਣਾ ਦਰਬਾਰ ਬਣਿਆ ਹੋਇਆ। ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ, ਜੋ ਇਸ ਸਥਾਨ ਦੇ ਉੱਤੇ ਕਾਰ ਸੇਵਾ ਦੀ ਸੇਵਾ ਨਿਭਾਉਂਦੇ ਆ, ਇਹਨਾਂ ਮਹਾਂਪੁਰਸ਼ਾਂ ਨੇ ਉੱਥੇ ਬੜਾ ਸੁੰਦਰ ਦਰਬਾਰ ਬਣਾਇਆ। ਸੰਗਤ ਦੇ ਰਹਿਣ ਸਹਿਣ ਵਾਸਤੇ ਸੁੰਦਰ ਕਮਰੇ ਵੀ ਬਣਾਏ, ਲੰਗਰ ਦਾ ਵੀ ਬੜਾ ਸੋਹਣਾ ਪ੍ਰਬੰਧ ਹੈ। ਮੈਂ ਤਾਂ ਬੇਨਤੀ ਕਰ ਰਿਹਾ ਵੀ ਕਦੇ ਕਿਤੇ ਉੱਧਰ ਜਾਓ ਤੇ ਇਹਨਾਂ ਸਥਾਨਾਂ ਦੀ ਯਾਤਰਾ ਜ਼ਰੂਰ ਕਰਕੇ ਆਇਆ ਕਰੋ। ਬਹੁਤ ਸਾਰੇ ਵੀਰ ਜੈਸਲਮੇਰ ਤਾਂ ਜਾਂਦੇ ਨੇ ਉਧਰ ਘੁੰਮ ਘਮਾ ਕੇ, ਪਰ ਇਹ ਇਤਿਹਾਸਕ ਸਥਾਨਾਂ ਤੋਂ ਯਾਤਰਾ ਕਰਕੇ ਨਹੀਂ ਆਉਂਦੇ, ਕਈਆਂ ਨੂੰ ਪਤਾ ਹੀ ਨਹੀਂ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੜਾ ਸੁੰਦਰ ਸਥਾਨ ਹੈ ਪੋਖਰਨ, ਤੇ ਉੱਥੇ ਗਰੀਬ ਨਵਾਜ ਪਾਤਸ਼ਾਹ ਜਿਹੜੀ ਇਹ ਖੇਡ ਵਰਤਾ ਰਹੇ ਨੇ। ਮਹਾਰਾਜ ਜੀ ਕਹਿੰਦੇ ਮਰਦਾਨਿਆਂ, ਆ ਜਿਹੜਾ ਅੱਕ ਦਾ ਬੂਟਾ ਲੱਗਾ ਹੋਇਆ ਹੈ, ਤੈਂ ਕਾਲ ਵਿਕੇ ਮੁਖ ਬਾਨੀ ਆਲਾਈ। ਉਹਨੂੰ ਵੇਖ ਕੇ ਸਤਿਗੁਰੂ ਜੀ ਬੋਲੇ, ਫਲ ਲੇਹੋ ਵਿਸਾਲ ਅਚੇਤਤ ਕਾਲ। ਮਹਾਰਾਜ ਜੀ ਕਹਿੰਦੇ ਮਰਦਾਨੇ, ਆਹ ਵੇਖ ਕਿੱਡੇ ਕਿੱਡੇ ਵਧੀਆ ਫਲ ਲੱਗੇ ਨੇ, ਅੰਬੀਆਂ ਲੱਗੀਆਂ, ਖੱਖੜੀਆਂ ਲੱਗੀਆਂ ਹੋਈਆਂ। ਅਘਾਵੋ ਪੇਟ ਛੋਦਾ ਮਿਟ ਜਾਈ। ਆ ਛਕੋ, ਇਹ ਅੰਬੀਆਂ ਖਾਓ, ਇਹ ਖੱਖੜੀਆਂ ਖਾਓ, ਅੱਕ ਨੂੰ ਲੱਗੀਆਂ ਜਿਹੜੀਆਂ, ਤੇ ਤੁਹਾਡੀ ਭੁੱਖ ਦੂਰ ਹੋ ਜਾਏਗੀ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ, ਇੱਕ ਤਾਂ ਉਦਾਂ ਪ੍ਰਾਣ ਨਿਕਲਦੇ ਆ ਭੁੱਖ ਨਾਲ, ਤੇ ਦੂਜੀ ਤੁਹਾਨੂੰ ਹਾਸੀ ਸੁਝਦੀ। ਮਹਾਰਾਜ ਇਹ ਅੱਕ ਦੀਆਂ ਖੱਖੜੀਆਂ ਨੇ, ਕੋਈ ਅੰਬ ਥੋੜੀ ਹੈ ਵੀ ਜਿਹੜੇ ਖਾਵਾਂਗਾ ਤੇ ਭੁੱਖ ਦੂਰ ਹੋਵੇਗੀ, ਇਹ ਖਾ ਕੇ ਤਾਂ ਮਰਾਂਗਾ। ਮਹਾਰਾਜ ਜ਼ਹਿਰ ਹੁੰਦਾ ਇਹ ਤਾਂ ਖੱਖੜੀਆਂ ਜਿਹੜੀਆਂ ਨੇ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਛਕ ਸਤ ਵਚਨ ਕਰਕੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਵਿੱਤਰ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੁਰਨ ਹੈ ਸਰਬ ਮੈਂ ਸੁਖ ਪੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਕੇ ਸਦਾ ਬਵੇਕ
हे अपरंपर हर हरे ਐ ਪੀਓ ਅਣਿਆਰੇ हे संतः कै सदा संग ਧਾਰਾ ਆਧਾਰ हे ठाकुर हों दासरो ਮੈਂ ਨਿਰਗੁਣ ਗੁਣ ਨਹੀਂ ਕੋਈ नानक दीजै नाम दान ਰਾਖੋ ਈਐ ਪਰੋ आए प्रभ शरणागति ਕਿਰਪਾ ਨਿਧ ਦਿਆਲ एक अखर हर मन बस्त ਨਾਨਕ ਓਤ ਨਿਹਾਲ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर सेवंदे ਪਾਰੇ ਉਤਾਰ ਨਿਹਾਲ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर सेवंदे ਪਾਰੇ ਉਤਾਰ ਨਿਹਾਲ वाहिगुरु जी का खालसा वाहिगुरु जी की फतेह।